ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾ ਗੁਰ ਹਿਰਦੈ ਧਿਆਵਾ ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰਾਂ ਤਰਾ ਤਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਸੀਸਾ ਬੰਦਾਂ ਬਾਰ ਬਾਰ ਜਗਦੀਸ਼ਾ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮਦਾਨ ਇਸ਼ਨਾਨ ਨਾ ਤਿਆਗ ਹੈ ਨਿਤ ਪ੍ਰਤਿ ਨਹੀਂ ਸੋ ਅਨੁਰਾਗ ਹੈ ਹਰ ਗੁਰ ਕੀ ਨਿੰਦਾ ਨਹਿ ਸੁਨੈ ਭਾਗ ਹੈ ਤਹ ਤੇ ਕੈ ਤਿਸ ਹਨੈ ਨਾਮਦਾਨ ਇਸ਼ਨਾਨ ਨਾ ਤਿਆਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਗਰੀਬ ਨਿਵਾਜ ਨਾਮ ਬਾਣੀ ਕੇ ਬੋਹਿਤ ਕਰ ਜੋਗ ਕੇ ਜਹਾਜ ਸ਼ਬਦ ਅਵਤਾਰ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਵਾਲੀਏ ਦੋ ਜਹਾਨ ਸੱਚੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਡਭਾਗੇ ਹਾਂ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਹਨ ਸਤਿਗੁਰੂ ਜੀ ਦਾ ਫੈਸਲਾ ਹੈ ਸਭ ਦੋ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਤਿਆ ਸਭ ਤੋਂ ਵੱਡੇ ਸਭ ਤੋਂ ਹੀ ਉੱਤਮ ਭਾਗ ਉਹਨਾਂ ਗੁਰਸਿੱਖਾਂ ਦੇ ਹਨ ਜਿਹੜੇ ਸਿੱਖ ਮੋਹ ਮਾਇਆ ਵੱਲੋਂ ਗੁਰੂ ਦੇ ਚਰਨਾਂ ਵੱਲ ਨੂੰ ਪਰਤ ਪੈਂਦੇ ਹਨ ਗੁਰੂ ਦੇ ਚਰਨ ਹਿਰਦੈ ਚਰਨ ਸ਼ਬਦ ਸਤਿਗੁਰ ਕਉ ਨਾਨਕ ਬੰਧਿਓ ਪਾਲ ਸਤਿਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਹਨ ਜਾਪ ਸਾਹਿਬ ਦੇ ਵਿੱਚ ਵੀ ਸਤਿਗੁਰੂ ਕਲਗੀਧਰ ਜੀ ਫਰਮਾਉਂਦੇ ਨੇ ਘਰ ਘਰ ਪ੍ਰਣਾਮ ਚਿੱਤ ਚਰਨ ਨਾਮ ਚਿੱਤ ਵਿੱਚ ਨਾਮ ਦਾ ਵਸਾਉਣਾ ਹੀ ਗੁਰੂ ਦੇ ਚਰਨਾਂ ਦਾ ਵਸਾਉਣਾ ਹੈ
ਜਿਹੜੇ ਸਿੱਖ ਦੇ ਹੱਥ ਵਿੱਚ ਸਤਿਗੁਰੂ ਜੀ ਦੀ ਬਾਣੀ ਦਾ ਗੁਟਕਾ ਸਾਹਿਬ ਆ ਗਿਆ, ਜਿਸ ਸਿੱਖ ਦੀ ਪ੍ਰੀਤ ਬਾਣੀ ਨਾਲ ਬਣ ਗਈ, ਉਸ ਦੇ ਭਾਗ ਸਭ ਤੋਂ ਉੱਤਮ ਹਨ। ਸਤਿਗੁਰੂ ਹੈ ਬੋਹਿ ਥਾ ਸ਼ਬਦ ਲਗਾਵਣਹਾਰ। ਕਿਉਂਕਿ ਸਾਧ ਸੰਗਤ ਸ਼ਬਦ ਦੇ ਉੱਪਰ ਹੀ ਸਾਡੀ ਸੁਰਤ ਨੇ ਸਵਾਰ ਹੋਣਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ। ਜੇਕਰ ਸੁਰਤ ਸ਼ਬਦ ਨਾਲ ਨਹੀਂ ਜੁੜਦੀ, ਗੁਰਬਾਣੀ ਦੇ ਉਪਦੇਸ਼ਾਂ ਦੀ ਸਾਨੂੰ ਸਮਝ ਨਹੀਂ। ਗੁਰਬਾਣੀ ਦਾ ਹੀ ਫੈਸਲਾ ਹੈ, ਕਰਮ ਕਰਹਿ ਗੁਰ ਸ਼ਬਦ ਨਾ ਪਛਾਣੈ, ਮਰ ਜਨਮੈ ਵਾਰੋ ਵਾਰਾ। ਕਰਮ ਕਰੀ ਜਾ ਰਿਹਾ ਜੀਵ, ਪਰ ਕਰਮ ਜਿਹੜੇ ਨੇ ਗੁਰਮਤ ਅਨੁਸਾਰ ਨਹੀਂ, ਸ਼ਬਦ ਦੀ ਪਹਿਚਾਨ ਨਹੀਂ ਹੈ, ਗੁਰੂ ਦੀ ਭਾਵਨਾ ਅਨੁਸਾਰ ਸੇਵਾ ਨਹੀਂ ਹੈ, ਤਾਂ ਸਤਿਗੁਰੂ ਕਹਿੰਦੇ ਨੇ ਫਿਰ ਜਨਮ ਮਰਨ ਮਿਟਦਾ ਨਹੀਂ। ਕਿਉਂਕਿ ਸੇਵਾ ਉਹੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੇ। ਸੇਵਾ ਉਹੀ ਸਫਲ ਹੈ ਜਿਹੜੀ ਸਤਿਗੁਰੂ ਜੀ ਦੀ ਭਾਵਨਾ ਅਨੁਸਾਰ ਹੋਵੇ, ਜਿਸ ਸੇਵਾ ਦੇ ਵਿੱਚੋਂ ਗੁਰੂ ਨੂੰ ਪ੍ਰਸੰਨ ਕਰ ਲਿਆ ਜਾਵੇ। ਇਸ ਲਈ ਸਰਵੋਤਮ ਗੱਲ ਹੈ ਸਤਿਗੁਰੂ ਦੇ ਸ਼ਬਦ ਨਾਲ ਪ੍ਰੀਤ ਪਾਉਣੀ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁਖ ਨਾ ਉਪਜੈ, ਭਾਵੇਂ 100 ਗੇੜਾ ਆਵੋ ਜਾਓ। ਕਦੀ ਵੀ ਪਰਮ ਆਨੰਦ ਪਰਮ ਸੁੱਖ ਜਿਹੜਾ ਹੈ, ਉਹ ਜਿੰਨਾ ਸਮਾਂ ਸਤਿਗੁਰੂ ਉੱਪਰ ਸਾਨੂੰ ਵਿਸ਼ਵਾਸ ਨਹੀਂ, ਯਕੀਨ ਨਹੀਂ, ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ ਹੈ, ਤੇ ਸ਼ਬਦ ਦੇ ਨਾਲ ਬਾਣੀ ਨਾਲ ਪਿਆਰ ਨਹੀਂ, ਪਰਮ ਸੁੱਖ ਦੀ ਪ੍ਰਾਪਤੀ ਅਸੰਭਵ ਹੈ, ਨਹੀਂ ਹੋ ਸਕਦੀ। ਕਿਉਂਕਿ ਇਹਦੇ ਵਾਸਤੇ 2 ਸ਼ਰਤਾਂ ਜ਼ਰੂਰੀ ਨੇ, ਸਤਿਗੁਰੂ ਤੇ ਪ੍ਰਤੀਤ ਹੋਣੀ ਤੇ ਸਤਿਗੁਰੂ ਜੀ ਦੇ ਬਚਨਾਂ ਨਾਲ ਬਾਣੀ ਨਾਲ ਪਿਆਰ ਹੋਣਾ। ਇਸ ਲਈ ਵੱਡੇ ਭਾਗ ਬਣ ਜਾਂਦੇ ਨੇ ਜਦੋਂ ਸਿੱਖ ਭਾਵਨਾ ਦੇ ਨਾਲ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠਣ ਲਈ ਕੁਝ ਸਮਾਂ ਕੱਢਦਾ ਹੈ। ਅੰਦਰੇ ਭਾਵਨਾ ਹੈ ਸਤਿਗੁਰੂ ਦੀ ਬਾਣੀ ਗੁਰ ਇਤਿਹਾਸ ਸ਼ਰਵਣ ਕਰਨ ਦਾ, ਤਾਂ ਇਹ ਉੱਤਮ ਭਾਗਾਂ ਦੀ ਨਿਸ਼ਾਨੀ ਹੈ। ਸਭ ਤੋਂ ਵੱਡੇ ਭਾਗ ਸਤਿਗੁਰੂ ਜੀ ਨੇ ਕਹਿ ਦਿੱਤੇ ਹਨ। ਸੋ ਪਾਤਸ਼ਾਹ ਜੀ ਕਿਰਪਾ ਕਰਨ, ਇਲਾਹੀ ਬਾਣੀ ਦਾ ਕੀਰਤਨ ਦਾਸ ਤੋਂ ਪਹਿਲਾਂ ਆਪ ਸੰਗਤਾਂ ਨੇ ਗੁਰੂ ਸਵਾਰੇ ਗੁਰੂ ਸਾਹਿਬ ਜੀ ਦੇ ਰਾਗੀ ਜਥੇ ਪਾਸੋਂ ਬੜੇ ਪ੍ਰੇਮ ਦੇ ਨਾਲ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਦੀ ਬਾਣੀ ਦੇ ਰਾਹੀਂ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ, ਕੀਰਤਨ ਜਸ, ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁਖ ਨਿਕਟ ਨਹੀਂ ਆਵੈ। ਸਰਹੁ ਵਿਚਾਰ ਸਾਧ ਸੰਗਤ ਗੁਰ ਇਤਿਹਾਸ। ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਬਿਰਾਜਮਾਨ ਹਨ। ਸਿੱਖ ਸੰਗਤਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਿਰਾਜਮਾਨ ਹਨ। ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਦੇ ਸਿੱਖਾਂ ਦੇ ਹਿੱਤ ਨੂੰ ਮੁੱਖ ਰੱਖ ਕੇ ਇੱਕ ਪ੍ਰਸ਼ਨ ਕੀਤਾ ਹੈ ਕਿ ਸਤਿਗੁਰੂ ਜੀ ਆਪ ਉਪਦੇਸ਼ ਬਖਸ਼ਿਸ਼ ਕਰੋ ਕਿ ਕਿਸ ਤਰ੍ਹਾਂ ਦਾ ਉਪਦੇਸ਼ ਸਿੱਖ ਨੂੰ ਧਾਰਨ ਕਰਨਾ ਚਾਹੀਦਾ ਹੈ, ਕੀ ਕਿਰਿਆ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਿੱਖ ਭਾਵ ਸਾਗਰ ਵਿੱਚ ਡੁੱਬਣ ਤੋਂ ਬਚ ਜਾਵੇ। ਤਾਂ ਸਤਿਗੁਰੂ ਜੀ ਦਰਸਾ ਰਹੇ ਨੇ ਕਿ ਅੰਮ੍ਰਿਤ ਵੇਲੇ ਜਾਗੇ, ਇਸ਼ਨਾਨ ਕਰੇ, ਬਿਰਤੀ ਟਿਕਾ ਕੇ ਗੁਰੂ ਦਾ ਧਿਆਨ ਧਰੇ, ਸਿਮਰਨ ਕਰੇ, ਦਿਨ ਚੜ੍ਹੇ ਤਾਂ ਬਾਣੀ ਪੜ੍ਹੇ, ਇਵੇਂ ਵਿਸ਼ੇ ਵਿਕਾਰਾਂ ਤੋਂ ਆਪਣਾ ਬਚਾਓ ਕਰੇ, ਲੋਭ ਈਰਖਾ ਨਾ ਕਰੇ, ਧਾਰਮਿਕ ਕਰਮ ਕਰਕੇ ਉਹਨਾਂ ਦਾ ਦਿਖਾਵਾ ਨਾ ਕਰੇ। ਇਸ ਤਰ੍ਹਾਂ ਸਤਿਗੁਰੂ ਜੀ ਜਿਹੜੇ ਸ਼ੁਭ ਕਰਮ ਨੇ ਉਹ ਦ੍ਰਿੜ ਕਰਵਾ ਰਹੇ ਨੇ। ਕਿਉਂਕਿ ਸਾਧ ਸੰਗਤ 2 ਤਰ੍ਹਾਂ ਦੇ ਕਰਮ ਨੇ ਬਾਣੀ ਦੇ ਅੰਦਰ ਦੱਸੇ ਗਏ। ਇੱਕ ਉਹ ਕਰਮ ਜਿਹੜੇ ਕਰਨੇ ਨੇ, ਇੱਕ ਉਹ ਕਰਮ ਜਿਹੜੇ ਵਿਵਰਜਿਤ ਹਨ, ਨਹੀਂ ਕਰਨੇ।
ਇਹ ਗੱਲਾਂ ਦੋਵੇਂ ਬਰਾਬਰ ਹੀ ਦੱਸੀਆਂ ਜਾਂਦੀਆਂ ਨੇ ਨਾ। ਜਦੋਂ ਰੋਗੀ ਵੈਦ ਕੋਲੇ ਜਾਂਦਾ ਹੈ ਤਾਂ ਜਿੱਥੇ ਵੈਦ ਰੋਗ ਦੀ ਪਛਾਣ ਕਰਕੇ ਉਹਨੂੰ ਦਵਾਈ ਦਿੰਦਾ ਹੈ ਰੋਗ ਨੂੰ ਕੱਟਣ ਵਾਸਤੇ, ਉੱਥੇ ਉਹਨੂੰ ਦਵਾਈ ਖਾਣ ਵਾਸਤੇ ਕਦੋਂ ਕਦੋਂ ਕਿਵੇਂ ਕਿਵੇਂ ਕਿੰਨੀ ਕਿੰਨੀ ਦਵਾਈ ਖਾਣੀ ਹੈ। ਕੁਝ ਖਾਣ ਵਾਸਤੇ ਨਾਲ ਪਦਾਰਥ ਵੀ ਦੱਸੇ ਜਾਂਦੇ ਨੇ ਜਿਹੜੇ ਉਸ ਰੋਗ ਨੂੰ ਕੱਟਣ ਵਾਸਤੇ ਚੰਗੀ ਗੱਲ ਹੈ, ਤੇ ਕੁਝ ਇਸ ਤਰ੍ਹਾਂ ਦੇ ਪਦਾਰਥ ਨੇ ਜਿਹੜੇ ਰੋਗ ਨੂੰ ਵਧਾਉਂਦੇ ਹਨ। ਉਹਨਾਂ ਨੂੰ ਪਰਹੇਜ਼ ਕਰਨ ਵਾਸਤੇ ਵੀ ਆਖਿਆ ਜਾਂਦਾ ਹੈ। ਕੁਝ ਖਾਣ ਵਾਸਤੇ ਹੈ, ਕੁਝ ਨਾ ਖਾਣ ਵਾਸਤੇ ਹੈ। ਇਸੇ ਪ੍ਰਕਾਰ ਹੀ ਧਰਮ ਦਾ ਰਸਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਿ ਜੇ ਕੋਈ ਰਸਤਾ ਪੁੱਛ ਲਵੇ ਪਰ ਰਸਤੇ ਤੇ ਤੁਰੇ ਨਾ ਤੇ ਮੰਜ਼ਿਲ ਕਿਵੇਂ ਮਿਲੇਗੀ। ਪੂਛਿਤ ਪਥਕ ਤੇ ਮਾਰਗ ਨਾ ਧਾਰੇ ਪਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ। ਪੂਛਿਤ ਹੈ ਵੈਦ ਖਾਦ ਔਖਦ ਨਾ ਸੰਜਮ ਸੈ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਪੂਛਿਤ ਸੁਹਾਗਣ ਕਰਮ ਦੁਹਾਗਣ ਕੈ, ਹਿਰਦੈ ਵਿਚਾਰ ਕਤ ਸਹਿਜਾ ਬੁਲਾਈਐ। ਗਾਏ ਸੁਣੈ ਆਂਖੈ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੋ ਲਓ ਨਾ ਕਮਾਈਏ। ਜੇ ਰਸਤਾ ਪੁੱਛ ਲਿਆ ਉਸ ਮਾਰਗ ਤੇ ਤੁਰੇ ਨਹੀਂ, ਧਾਰਮਿਕ ਗ੍ਰੰਥ ਸੁਣੇ ਬਹੁਤ ਜੀਵਨ ਵਿੱਚ ਕਮਾਇਆ ਕੁਝ ਨਹੀਂ। ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਭਗਤ ਪਰਮਾਨੰਦ ਜੀ ਦਾ ਸ਼ਬਦ ਹੈ। ਤੈਂ ਨਰ ਕਿਆ ਪੁਰਾਣ ਸੁਣ ਕੀਨਾ, ਅੰਨ ਪਾਵਨੀ ਭਗਤ ਨਹੀਂ ਉਪਜੀ, ਭੂਖੇ ਦਾਨ ਨਾ ਦੀਨਾ। ਤੇਰੇ ਅੰਦਰੋਂ ਪ੍ਰਭੂ ਦੀ ਭਗਤੀ ਹਿਰਦੇ ਵਿੱਚੋਂ ਪ੍ਰੇਮ ਜਾਗਿਆ ਨਹੀਂ। ਧਾਰਮਿਕ ਗ੍ਰੰਥ ਸੁਣ ਕੇ ਕੀ ਕੀਤਾ, ਅੰਦਰ ਦਇਆ ਪੈਦਾ ਨਹੀਂ ਹੋਈ ਕਿਸੇ ਨੂੰ ਭੁੱਖੇ ਨੂੰ ਵੇਖ ਕੇ। ਕਦੀ ਤੂੰ ਆਪਣੀ ਜੇਬ ਢਿੱਲੀ ਨਹੀਂ ਕੀਤੀ, ਦਾਨ ਦਿੱਤਾ ਨਹੀਂ। ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਨਾ ਕਾਮ ਦਾ ਤਿਆਗ ਕੀਤਾ, ਨਾ ਕ੍ਰੋਧ ਨਾ ਲੋਭ, ਨਾ ਤੂੰ ਪਰਾਈ ਨਿੰਦਾ ਹੀ ਛੱਡੀ ਹੈ। ਤੇ ਫਿਰ ਤਾਂ ਤੂੰ ਜਿਹੜੇ ਧਾਰਮਿਕ ਕਰਮ ਕਰਦਾ ਰਿਹਾ ਹੈ, ਜਿਹੜੀ ਸੇਵਾ ਕੀਤੀ ਹੈ, ਸਾਰੀ ਨਿਫਲ ਹੈ। ਇਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਰਸਤਾ ਪੁੱਛ ਲਿਆ ਪਰ ਤੁਰੇ ਨਹੀਂ, ਕਦਮ ਨਹੀਂ ਰੱਖਿਆ, ਤੇ ਪ੍ਰੀਤਮ ਦੇ ਮਾਲਕ ਦੇ ਦੇਸ਼ ਵਿੱਚ ਕਿਵੇਂ ਪਹੁੰਚਿਆ ਜਾਵੇ। ਵੈਦ ਕੋਲੋਂ ਦਵਾਈ ਲੈ ਆਂਦੀ ਹੈ, ਤਰੀਕੇ ਨਾਲ ਖਾਧੀ ਨਹੀਂ, ਪਰਹੇਜ਼ ਰੱਖਿਆ ਨਹੀਂ, ਰੋਗ ਕਿਵੇਂ ਮਿਟੇ, ਸਰੀਰ ਕਿਵੇਂ ਸੁਖੀ ਹੋਵੇ। ਇੱਕ ਇਸਤਰੀ ਕਿਸੇ ਸੁਹਾਗਣ ਕੋਲੋਂ ਪਤੀ ਦੀ ਖੁਸ਼ੀ ਲੈਣ ਵਾਸਤੇ ਕੁਝ ਨਿਯਮ ਪੁੱਛਦੀ ਹੈ, ਪਰ ਕਰਮ ਚੰਗੇ ਨਹੀਂ, ਕਰਮ ਦੁਹਾਗਣਾ ਵਾਲੇ ਨੇ, ਤੇ ਪਤੀ ਦੀ ਖੁਸ਼ੀ ਕਿਵੇਂ ਪ੍ਰਾਪਤ ਹੋਵੇ। ਇਵੇਂ ਸਤਿਗੁਰੂ ਦੇ ਸ਼ਬਦ ਨੂੰ ਗਾ ਕੇ ਸੁਣ ਕੇ ਕੇਵਲ ਅੱਖਾਂ ਮੀਟ ਲੈਣ ਦੇ ਨਾਲ ਪਰਮ ਪਦਵੀ ਨਹੀਂ ਮਿਲਦੀ। ਜਿੰਨਾ ਸਮਾਂ ਗੁਰੂ ਦੇ ਸ਼ਬਦ ਨੂੰ ਗੁਰ ਉਪਦੇਸ਼ ਗਹਿ ਜੋ ਲਓ ਨਾ ਕਮਾਈਐ, ਗਹਿਰਾਈ ਦੇ ਨਾਲ ਪਕੜ ਕੇ ਉਸ ਸ਼ਬਦ ਦੀ ਕਮਾਈ ਨਹੀਂ ਕੀਤੀ ਜਾਂਦੀ। ਸੋ ਇਸ ਲਈ ਸਤਿਗੁਰੂ ਜੀ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਇਸੇ ਪ੍ਰਕਾਰ ਜੋ ਅੱਗੇ ਪ੍ਰਕਰਨ ਚੱਲ ਰਿਹਾ ਹੈ, ਪ੍ਰੇਮ ਸਹਿਤ ਸਮਝਣ ਦਾ ਯਤਨ ਕਰੀਏ ਜੀ। ਸਮੁੱਚੀ ਸੰਗਤ ਰਸਨਾ ਪਵਿੱਤਰ ਕਰੋ, ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮਦਾਨ ਇਸ਼ਨਾਨ ਨਾ ਤਿਆਗ ਹੈ। ਪਾਤਸ਼ਾਹ ਜੀ ਕਹਿੰਦੇ ਸਿੱਖ ਕਦੀ ਵੀ ਨਾਮਦਾਨ ਇਸ਼ਨਾਨ, ਅੰਮ੍ਰਿਤ ਵੇਲੇ ਦਾ ਜਾਗਣਾ, ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਕੇ ਛਕਣਾ, ਇਹਦਾ ਤਿਆਗ ਨਾ ਕਰੇ, ਇਹਨੂੰ ਜ਼ਿੰਦਗੀ ਭਰ ਨਿਭਾਉਂਦਾ ਹੀ ਰਹੇ। ਨਿਤ ਪ੍ਰਤ ਇਨਹੀ ਸੋ ਅਨੁਰਾਗ ਹੈ। ਨਿਤ ਪ੍ਰਤ ਸਦਾ ਹੀ ਇਹਦੇ ਵਿੱਚ ਪ੍ਰੇਮ ਧਾਰਨ ਕਰਕੇ ਰੱਖਣਾ ਹੈ, ਕਿਉਂਕਿ ਇਹ ਮੁੱਢਲਾ ਕਰਮ ਹੈ ਤੇ ਇਹਨੂੰ ਧੁਰ ਤੱਕ ਨਿਭਾਉਣਾ ਹੈ। ਸੇਈ ਪੂਰੇ ਸ਼ਾਹ ਵਕਤੇ ਉੱਪਰ ਲੜ ਹੋਏ, ਉਹੀ ਅਸਲ ਵਿੱਚ ਲਾਹਾ ਖੱਟਦੇ ਹਨ। ਹਰ ਗੁਰ ਕੀ ਨਿੰਦਾ ਨਹਿ ਸੁਣੈ। ਕਦੀ ਵੀ ਪਰਮੇਸ਼ਰ ਤੇ ਗੁਰੂ ਦੀ ਨਿੰਦਿਆ ਜਿਹੜੀ ਹੈ ਉਹ ਕੰਨਾਂ ਦੇ ਨਾਲ ਨਾ ਸੁਣੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਤਨਖਾਹਨਾਮੇ ਵਿੱਚ ਬਚਨ ਕਰਦੇ ਨੇ, ਗੁਰ ਕੀ ਨਿੰਦਾ ਸੁਣੇ ਨਾ ਕਾਨ,
ਭੇਟੈ ਤਿਸ ਸੰਗ ਕਿਰਪਾਨ। ਕਦੀ ਵੀ ਗੁਰੂ ਦੀ ਨਿੰਦਿਆ ਜਿਹੜੀ ਹੈ ਸਿੱਖ ਕੰਨ ਦੇ ਨਾਲ ਸੁਣੇ ਨਾ। ਨਿੰਦਿਆ ਸੁਣਨੀ ਜਿਹੜੀ ਹੈ ਨਾ ਸਾਧ ਸੰਗਤ ਬਹੁਤ ਮਾੜੀ ਹੈ। ਗੁਰੂ ਵਿੱਚ ਕੋਈ ਦੋਸ਼ ਨਹੀਂ। ਜਿਹੜੇ ਗੁਰੂ ਕੇ ਨਿੰਦਕ ਨੇ ਨਾ, ਉਹਨਾਂ ਦੀ ਆਦਤ ਬਣੀ ਹੁੰਦੀ ਹੈ। ਗੁਰੂ ਸਾਹਿਬ ਦੀ ਵੀ ਨਿੰਦਿਆ ਕਰਦੇ ਨੇ। ਸੰਸਾਰ ਦਾ ਸੁਭਾਅ ਹੈ। ਕੋਈ ਆਖੈ ਭੂਤਨਾ, ਕੋ ਕਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ। ਇਸ ਦੁਨੀਆ ਨੇ ਸਤਿਪੁਰਸ਼ਾਂ ਦੀ ਵੀ ਨਿੰਦਾ ਕੀਤੀ ਹੈ। ਭਗਤ ਕਬੀਰ ਜੀ ਕਹਿੰਦੇ ਲੋਗ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਏਕ ਪਹਿਚਾਨਾ। ਲੋਕ ਮੇਰੀ ਨਿੰਦਿਆ ਪੈ ਕਰਦੇ ਨੇ। ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇਸ ਤਰ੍ਹਾਂ ਨਿੰਦਾ ਕਰਨ ਵਾਲੇ ਜਿਹੜੇ ਨੇ ਉਹ ਸਤਿਪੁਰਸ਼ਾਂ ਦੀ ਵੀ ਨਿੰਦਿਆ ਕਰਦੇ ਨੇ, ਪਰਮੇਸ਼ਰ ਦੀ ਵੀ ਨਿੰਦਿਆ ਕਰਦੇ ਨੇ। ਨਿੰਦਕ ਦਾ ਇਲਾਜ ਕੋਈ ਨਹੀਂ ਹੈ ਇਸ ਧਰਤੀ ਤੇ। ਧਰਮਰਾਜ ਕੋਲੇ ਇਲਾਜ ਹੈ। ਤੇ ਜਾਂ ਫਿਰ ਜੇ ਨਿੰਦਕ ਗੁਰੂ ਦੀ ਸ਼ਰਨ ਆ ਜਾਵੇ ਤਾਂ ਉਹਦੀ ਨਿੰਦਾ ਤੋਂ ਉਹਦਾ ਖਹਿੜਾ ਛੁੱਟ ਸਕਦਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਬਾਣੀ ਦੇ ਅੰਦਰ, ਔਖਦ ਸਭੇ ਕੀਤਿਅਨ ਨਿੰਦਕ ਕਾ ਦਾਰੂ ਨਾ ਹੈ। ਨਿੰਦਕ ਦਾ ਕੋਈ ਇਲਾਜ ਨਹੀਂ। ਉਹਦੀ ਆਦਤ ਹੈ, ਉਹਨੇ ਆਪਣੀ ਵਾਦੀ ਪੂਰੀ ਕਰਨੀ ਹੈ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੌੜੀ ਕੀ ਵਾਰ ਵਿੱਚ ਜਿੰਨੇ ਲੋਕ ਗੁਰੂ ਘਰ ਨਾਲ ਈਰਖਾ ਕਰਨ ਵਾਲੇ ਸਨ, ਗੁਰੂ ਦੀ ਨਿੰਦਿਆ ਕਰਨ ਵਾਲੇ ਸਨ, ਉਹਨਾਂ ਸਭਨਾਂ ਦਾ ਜ਼ਿਕਰ ਗੌੜੀ ਕੀ ਵਾਰ ਵਿੱਚ ਕੀਤਾ ਹੋਇਆ ਹੈ। ਨਾਨਕ ਵਿਚਾਰੈ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ, ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ। ਓਏ ਲੋਚਨ ਉਹਨਾਂ ਗੁਣੈ ਨੂੰ, ਓਏ ਅਹੰਕਾਰ ਸੜੰਦੇ, ਓਏ ਵਿਚਾਰੇ ਕਿਆ ਕਰੈ ਜਾਂ ਭਾਗ ਤੁਰ ਮੰਦੇ। ਜੋ ਮਾਰੇ ਤਿਸ ਪਾਰ ਬ੍ਰਹਮ ਸੇ ਕਿਸੇ ਨ ਸੰਦੇ, ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਖਹੰਦੇ। ਜਿਹੜੇ ਮੂਰਖ ਲੋਕ ਨੇ ਉਹ ਰੱਬ ਦੇ ਪਿਆਰਿਆਂ ਦੀ ਇਸ ਤਰ੍ਹਾਂ ਨਿੰਦਾ ਕਰਦੇ ਨੇ। ਤੇ ਪਾਤਸ਼ਾਹ ਜੀ ਕਹਿੰਦੇ ਪੇਟ ਮੁੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਜਿਹੜਾ ਦਰਖਤ ਜੜੋਂ ਵੱਢਿਆ ਜਾਵੇ ਉਹਦੇ ਸਾਰੇ ਪੱਤੇ ਸੁੱਕ ਜਾਂਦੇ ਨੇ। ਇਵੇਂ ਜਿਹੜਾ ਨਿੰਦਕ ਹੈ ਨਾ, ਉਹ ਜਿੰਨੇ ਮਰਜ਼ੀ ਧਰਮ ਕਰਮ ਕਰੀ ਜਾਵੇ, ਉਹਦਾ ਇੱਕ ਵੀ ਕਰਮ ਫਲੀ ਭੂਤ ਨਹੀਂ ਹੁੰਦਾ ਹੈ। ਇਸ ਲਈ ਗੁਰੂ ਦੀ ਨਿੰਦਿਆ ਕਰਨ ਵਾਲਿਆਂ ਤੋਂ ਪਰੇ ਰਹਿਣਾ ਹੈ। ਅੱਜ ਗੁਰੂ ਕੀ ਨਿੰਦਾ, ਸਤਿਪੁਰਸ਼ਾਂ ਦੀ ਨਿੰਦਾ, ਮਹਾਨ ਸ਼ਹੀਦਾਂ ਦੀ ਨਿੰਦਾ, ਨਿੰਦਕਾਂ ਦੇ ਨਾਲ ਬਾਜ਼ਾਰ ਭਰੇ ਨੇ। ਸੋਸ਼ਲ ਮੀਡੀਆ ਤੇ ਦੇਖੋ, ਕਦੇ ਸਮਰੱਥ ਗੁਰੂ ਦੀ ਨਿੰਦਾ ਕਰਨ ਤੋਂ ਨਿੰਦਕ ਬਾਜ ਨਹੀਂ ਆਉਂਦੇ। ਗੁਰੂ ਦੇ ਵਿੱਚ ਵੀ ਦੋਸ਼ ਕੱਢਦੇ ਹਨ। ਤੇ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਸਾਨੂੰ ਇਹ ਪਹਿਚਾਨ ਨਹੀਂ ਹੋ ਰਹੀ ਵੀ ਗੁਰੂ ਦੀ ਉਸਤਤ ਕੌਣ ਕਰ ਰਿਹਾ ਤੇ ਨਿੰਦਾ ਕੌਣ ਕਰ ਰਿਹਾ ਹੈ। ਸਭ ਤੋਂ ਵੱਡਾ ਦੁਖਾਂਤ ਇਹ ਹੈ, ਸਾਡੇ ਵਰਗੇ ਹੀ, ਸਾਡੇ ਵਰਗਾ ਲਿਬਾਸ ਪਾ ਕੇ ਹੀ, ਸਿੱਖੀ ਸਰੂਪ ਦੇ ਵਿੱਚ ਹੀ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੀ ਸਟੇਜ ਤੋਂ ਬੈਠ ਕੇ ਗੁਰੂ ਸਾਹਿਬ ਦੀ ਨਿੰਦਾ ਕਰਕੇ ਜਾਂਦੇ ਹਨ। ਦੁੱਖ ਦੀ ਗੱਲ ਹੈ ਸਾਧ ਸੰਗਤ, ਸਿੱਖ ਦਾ ਕਰਮ, ਪ੍ਰਚਾਰਕ ਦਾ ਕਰਮ ਹੈ ਗੁਰੂ ਦੀ ਵਡਿਆਈ ਕਰਨੀ। ਯਾਦ ਰੱਖਣਾ, ਗੁਰੂ ਘਰ ਦੇ ਰਾਗੀ, ਢਾਡੀ, ਕਥਾਵਾਚਕ, ਪ੍ਰਚਾਰਕ, ਗ੍ਰੰਥੀ ਸਿੰਘ, ਸੇਵਾਦਾਰ, ਪ੍ਰਬੰਧਕ, ਸਭਨਾਂ ਦਾ ਇੱਕੋ ਹੀ ਕੰਮ ਹੈ, ਗੁਰੂ ਦੀ ਵੱਡੀ ਵਡਿਆਈ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਸਰੋਤਿਆਂ ਦਾ ਗੁਰੂ ਨਾਲ ਪਿਆਰ ਬਣਾਉਣਾ। ਵਿਚੋਲੇ ਦਾ ਕੰਮ ਕਰਨਾ ਹੈ ਅਸੀਂ। ਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਜੇ ਮਾਂ ਹੀ ਬੱਚੇ ਨੂੰ ਜ਼ਹਿਰ ਦੇਣ ਲੱਗ ਜਾਵੇ, ਤਾਂ ਫਿਰ ਬਚਾਓ ਕਿਵੇਂ ਹੋਵੇ? ਕੀ ਬਸ ਹੈ, ਕਿਆ ਬਸ ਜਾਓ ਬਿਖ ਦੇ ਮੈਂ ਤਾਰੀ। ਤੇ ਜੇ ਗੁਰੂ ਘਰ ਦੀ ਵਡਿਆਈ ਕਰਨ ਵਾਲੇ ਹੀ ਉਸੇ ਥਾਂ ਤੋਂ ਗੁਰੂ ਸਾਹਿਬ ਦੀ ਨਿੰਦਾ ਕਰੀ ਜਾਣ, ਗੁਰੂ ਵਿੱਚ ਦੋਸ਼ ਕੱਢੀ ਜਾਣ, ਗੁਰੂ ਕੇ ਸਿਧਾਂਤ ਤੇ ਤਰਕਾਂ ਕਰੀ ਜਾਣ, ਇਤਿਹਾਸ ਤੇ ਤਰਕਾਂ ਕਰੀ ਜਾਣ, ਤੇ ਫਿਰ ਸਾਧ ਸੰਗਤ ਭਾਈ ਗੁਰਦਾਸ ਜੀ ਕਹਿੰਦੇ ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਹਾਂ ਜੋ ਮਾਇਆ ਵਿਆਪੈ ਕਹੋ ਕਤ ਠਹਿਰਾਈਏ। ਬੰਦਾ ਮਾਇਆ ਦਾ ਸਤਾਇਆ ਹੋਇਆ, ਵਿਕਾਰਾਂ ਦਾ ਸਤਾਇਆ, ਗੁਰਦੁਆਰੇ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਆਵੇ, ਤੇ ਗੁਰਦੁਆਰੇ ਅੱਗੇ ਆ ਕੇ ਝਗੜੇ ਹੁੰਦੇ ਹੋਣ, ਲੜਾਈਆਂ ਪਈਆਂ ਹੋਣ, ਤਾਂ ਕੋਈ ਜਾਵੇ ਕਿੱਥੇ?
ਇਸ ਪ੍ਰਕਾਰ ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕੌਣ ਗੁਰੂ ਦੀ ਵਡਿਆਈ ਕਰ ਰਿਹਾ ਹੈ, ਕੌਣ ਗੁਰੂ ਕੀ ਨਿੰਦਾ ਕਰ ਰਿਹਾ ਹੈ। ਗੁਰਸਿੱਖ ਕਦੀ ਵੀ ਗੁਰੂ ਦੀ ਨਿੰਦਾ ਕਰਨੀ ਤਾਂ ਬੜੀ ਦੂਰ ਦੀ ਗੱਲ ਹੈ, ਉਹਨੂੰ ਤਾਂ ਸੁਣਨੀ ਵੀ ਜਿਹੜੀ ਹੈ ਉਹ ਸਿਖਾਉਂਦੀ ਨਹੀਂ ਹੈ। ਇਸ ਲਈ ਪਾਤਸ਼ਾਹ ਜੀ ਕਹਿੰਦੇ ਪ੍ਰਭੂ ਤੇ ਗੁਰੂ ਦੀ ਨਿੰਦਾ ਕਦੀ ਵੀ ਕੰਨ ਨਾਲ ਸੁਣਨੀ ਨਹੀਂ ਹੈ। ਭਗ ਤਹ ਤੇ ਕਹਿ ਤਿਸ ਹਨ। ਇਸ ਲਈ ਇਹੋ ਜਿਹੇ ਨਿੰਦਕਾਂ ਤੋਂ ਪਰੇ ਹੀ ਰਹਿ ਜਾਣਾ ਚਾਹੀਦਾ ਹੈ, ਭੱਜ ਜਾਣਾ ਚਾਹੀਦਾ ਹੈ। ਛਾੜ ਮਤ ਸਰ ਤ੍ਰਿਸ਼ਨਾ ਕੋ ਤਜ ਕੈ। ਜਿਵੇਂ ਕਿ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਹਰ ਜਸ ਸੁਣੈ ਨਾ ਹਰ ਗੁਣ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਐਸੇ ਲੋਗਣ ਸਿਉ ਕਿਆ ਕਹੀ, ਐਸੇ ਲੋਗਣ ਸੋ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਣ ਤੇ ਸਦਾ ਡਰਾਨੇ ਰਹੀਐ। ਆਪ ਨਾ ਦੇ ਚਰੂ ਭਰ ਪਾਣੀ, ਤੇ ਨਿੰਦੈ ਜੇ ਗੰਗਾ ਆਨੀ। ਐਸੇ ਲੋਕ ਜਿਹੜੇ ਗੁਰੂ ਦੇ ਨਿੰਦਕ ਨੇ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਣ ਤੇ ਸਦਾ ਡਰਾਨੇ ਰਹੀਏ, ਉਹਨਾਂ ਤੋਂ ਡਰਦੇ ਹੀ ਰਹਿਣਾ ਚਾਹੀਦਾ ਹੈ, ਪਰੇ ਹੀ ਰਹਿਣਾ ਚਾਹੀਦਾ ਹੈ। ਇਵੇਂ ਫਿਰ ਕਵੀ ਜੀ ਕਹਿੰਦੇ ਨੇ, ਇਸੇ ਪ੍ਰਕਾਰ ਛਲ ਕਰਨਾ, ਮਤਸਰ ਈਰਖਾ ਕਰਨੀ, ਤ੍ਰਿਸ਼ਨਾ, ਇਹਨਾਂ ਨੂੰ ਤਜਣਾ ਹੈ। ਨਾ ਕਿਸੇ ਨਾਲ ਛਲ ਕਰਨਾ ਹੈ, ਨਾ ਕਿਸੇ ਨਾਲ ਈਰਖਾ ਕਰਨੀ ਹੈ, ਤੇ ਆਪਣੇ ਮਨ ਦੇ ਅੰਦਰ ਤ੍ਰਿਸ਼ਨਾ ਨੂੰ ਜਨਮ ਨਹੀਂ ਦੇਣਾ ਹੈ, ਤ੍ਰਿਸ਼ਨਾ ਤੋਂ ਬਚਾਓ ਕਰਕੇ ਰੱਖਣਾ ਹੈ। ਨਿਜ ਆਛੋ ਜਾਣ ਹੈ ਹਰ ਭਜ ਕੈ। ਇਹੋ ਹੀ ਗੱਲ ਜਾਣੇ ਕਿ ਮੇਰਾ ਪ੍ਰਭੂ ਦੀ ਭਗਤੀ ਕਰਨ ਵਿੱਚ ਹੀ ਭਲਾ ਹੈ। ਸੁਖ ਪਰਲੋਕ ਚਾਹੇ ਕਰ ਸਦਾ। ਇਹ ਮਨ ਵਿੱਚ ਅਭਿਲਾਸ਼ਾ ਰੱਖਣੀ ਹੈ, ਮੈਂ ਉਹ ਕਰਮ ਕਰਨੇ ਨੇ ਜਿਨ੍ਹਾਂ ਦੇ ਨਾਲ ਮੈਨੂੰ ਪਰਲੋਕ ਵਿੱਚ ਜਾ ਕੇ ਉਹਦੀ ਗੋਦ ਵਿੱਚ ਪਰਮ ਆਨੰਦ ਸੁਖ ਪ੍ਰਾਪਤ ਹੋਵੇਗਾ। ਜਗ ਸੁਖ ਮਹਿ ਉਰਜਹਿ ਨਹਿ ਕਦਾ। ਤੇ ਕਦੇ ਵਾਸਤੇ ਵੀ ਜਿਹੜੇ ਦੁਨਿਆਵੀ ਸੁੱਖ ਨੇ, ਇਹਨਾਂ ਵਿੱਚ ਨਹੀਂ ਉਲਝਣਾ ਹੈ। ਗੁਰ ਸੇਵਨ ਹਰ ਸਿਮਰਨ ਕਰਨੋ। ਗੁਰੂ ਦੀ ਸੇਵਾ ਕੀ ਹੈ? ਹਰੀ ਦਾ ਸਿਮਰਨ ਕਰਨਾ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੈ ਕਰਨੀ ਸਾਰ। ਸਾਧ ਸੰਗਤ ਨਾਮ ਜਪਣਾ ਵੀ ਗੁਰੂ ਦੀ ਸੇਵਾ ਹੈ। ਇਸ ਕਰਕੇ ਗੁਰੂ ਦੀ ਸੇਵਾ ਕੀ ਕਰਨੀ ਹੈ? ਪ੍ਰਭੂ ਦੀ ਭਗਤੀ ਕਰਨੀ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਸੋ ਇਸ ਪ੍ਰਕਾਰ ਬੰਦਗੀ ਕਰਨੀ ਹੈ। ਇਸ ਤੇ ਨੀਕੋ ਅਪਰ ਨਾ ਵਰਨੋ। ਇਸ ਤੋਂ ਉੱਪਰ ਹੋਰ ਕੁਝ ਵੀ ਵਰਣਨ ਕਰਨ ਵਾਲਾ ਨਹੀਂ ਹੈ, ਕਿਉਂਕਿ ਨਾਮ ਹੀ ਸਰਬ ਸ੍ਰੇਸ਼ਟ ਤੇ ਉੱਤਮ ਹੈ। ਸ਼ੁਭ ਮਤ ਇਨ ਕੋ ਤਿਆਗਹਿ ਨਾਹੀ। ਸ਼ੁਭ ਮੱਤੀ ਵਾਲਾ, ਚੰਗੀ ਬੁੱਧੀ ਵਾਲਾ ਗੁਰਮੁਖ ਜਿਹੜਾ ਹੈ, ਕਦੇ ਵੀ ਇਹਨਾਂ ਚੰਗੇ ਗੁਣਾਂ ਦਾ ਤਿਆਗ ਨਾ ਕਰੇ। ਮਿਲਿਓ ਰਹੇ ਸਤ ਸੰਗਤ ਮਾਹੀ। ਸਦਾ ਵਾਸਤੇ ਹੀ ਸਤ ਸੰਗਤ ਵਿੱਚ ਮਿਲਿਆ ਰਹੇ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਧੁਪੁਰ ਮਖੀਰਾ। ਜਿਵੇਂ ਮੱਖੀ ਸ਼ਹਿਦ ਦੇ ਛੱਤੇ ਵਿੱਚ ਹੀ ਮਿਲੀ ਰਹਿੰਦੀ ਹੈ, ਛੱਤੇ ਵਿੱਚ ਹੀ ਉਹਦਾ ਜੀਵਨ ਹੈ, ਇਵੇਂ ਸਤ ਸੰਗਤ ਦੇ ਵਿੱਚ ਹੀ ਪ੍ਰੀਤ ਪਾ ਕੇ ਜੀਵਨ ਬਸਰ ਕਰਨਾ ਹੈ। ਗੁਰਬਾਣੀ ਸੋ ਮਨ ਅਨੁਰਾਗ ਹੈ। ਗੁਰਬਾਣੀ ਦੇ ਨਾਲ ਮਨ ਵਿੱਚ ਪ੍ਰੀਤ ਕਰੇ, ਪਿਆਰ ਕਰਨਾ ਕਰੇ। ਪਠਤ ਸੁਣਤ ਜਬ ਮੀਠੀ ਲੱਗ ਹੈ। ਜਦੋਂ ਗੁਰਬਾਣੀ ਪੜ੍ਹਦਿਆਂ ਤੇ ਸੁਣਦਿਆਂ ਮਨ ਨੂੰ ਮਿੱਠੀ ਲੱਗਣ ਲੱਗ ਜਾਂਦੀ ਹੈ, ਤਬ ਜਾਣ ਹੈ ਮਮ ਹੋਏ ਕਲਿਆਣ। ਤਾਂ ਮਨ ਵਿੱਚ ਇਹ ਸਮਝ ਲੈਣਾ ਚਾਹੀਦਾ ਕਿ ਹੁਣ ਮੇਰੀ ਕਲਿਆਣ ਹੋ ਰਹੀ ਹੈ, ਮੇਰਾ ਭਲਾ ਹੋ ਰਿਹਾ ਹੈ। ਕਿਉਂਕਿ ਗੁਰੂ ਕੀ ਬਾਣੀ ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰੂ ਕੀ ਹੈ? ਮਿੱਠਾ ਹੀ ਬੋਲਦਾ ਹੈ ਨਾ। ਮਿੱਠ ਬੋਲੜਾ ਜੀ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਗੁਰੂ ਕਦੇ ਕਦੇ ਸਾਨੂੰ ਡਾਂਟਦਾ ਵੀ ਹੈ, ਕਦੇ ਸਾਨੂੰ ਸਖਤ ਤਾੜਨਾ ਵੀ ਕਰਦਾ ਹੈ, ਕਦੇ ਝੋਟਾਂ ਵੀ ਮਾਰਦਾ ਹੈ, ਪਰ ਗੁਰੂ ਦੇ ਅੰਦਰ ਪ੍ਰੇਮ ਹੀ ਪ੍ਰੇਮ ਹੈ। ਜੇ ਗੁਰੂ ਝਿੜਕਦਾ ਹੈ ਨਾ, ਤੇ ਤਾਂ ਵੀ ਮਿੱਠਾ ਹੀ ਲੱਗਦਾ ਹੈ। ਕਿਉਂ ਮਿੱਠਾ ਲੱਗਦਾ ਹੈ? ਸਾਡੇ ਭਲੇ ਵਾਸਤੇ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜਿਵੇਂ ਪਿਤਾ ਤੇ ਮਾਤਾ ਨੂੰ ਇੱਕ ਅਧਿਕਾਰ ਹੈ, ਮਾਂ ਪਿਓ ਬੱਚੇ ਦੇ ਵਾਸਤੇ ਹਮੇਸ਼ਾ ਭਲਾ ਹੀ ਸੋਚਦੇ ਨੇ। ਭਾਵੇਂ ਮਾਤਾ ਪਿਤਾ ਬੱਚੇ ਨੂੰ ਸਖਤ ਤਾੜਨਾ ਕਰਦੇ ਨੇ, ਭਾਵੇਂ ਕਈ ਵਾਰ ਉਹਦੇ ਅੱਗੇ ਹੱਥ ਵੀ ਬੰਨ੍ਹ ਦਿੰਦੇ ਨੇ, ਜਾਂ ਕਈ ਵਾਰ ਉਹਨੂੰ ਬੇਦਖਲ ਵੀ ਕਰਦੇ ਹਨ, ਤਾਂ ਇਹਦੇ ਵਿੱਚ ਉਸ ਬੱਚੇ ਦਾ ਭਲਾ ਹੈ ਜਿਸ ਨੂੰ ਅਜੇ ਪੂਰੀ ਸਮਝ ਨਹੀਂ ਹੈ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਗੁਰੂ ਸਮਰੱਥ ਹੈ, ਜਦੋਂ ਸਿੱਖ ਸ਼ਰਨ ਵਿੱਚ ਪੈ ਜਾਂਦਾ ਹੈ ਤਾਂ ਗੁਰੂ ਉਸ 'ਤੇ
ਪਹਿਲੇ ਗੁਨਾਹਾਂ ਨੂੰ ਵਿਚਾਰਦਾ ਨਹੀਂ, ਧਿਆਨ ਵਿੱਚ ਨਹੀਂ ਰੱਖਦਾ ਹੈ। ਸਤਿਗੁਰੂ ਬਖਸ਼ੇਂਦਾ ਤੇ ਉਹ ਬਖਸ਼ ਦਿੰਦਾ ਹੈ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ। ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਆਵੈ। ਪਿਛਲੇ ਔਗਣ ਬਖਸ਼ਦੇ, ਪ੍ਰਭ ਆਗੈ ਮਾਰਗ ਪਾਵੈ। ਇਸ ਲਈ ਸਮਰੱਥ ਗੁਰੂ ਦੇ ਨਾਲ ਪਿਆਰ ਕਰਨਾ ਹੈ। ਜਦੋਂ ਗੁਰਬਾਣੀ ਮਿੱਠੀ ਲੱਗਦੀ ਹੈ ਤਾਂ ਮਨ ਵਿੱਚ ਇਹ ਸਮਝ ਲੈਣਾ ਹੈ ਕਿ ਮੇਰੀ ਕਲਿਆਣ ਹੋ ਰਹੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਖਿਨ ਰਮ ਗੁਰਗਮ ਹਰਦਮ ਨਹਿ ਜਮ, ਹਰ ਕੰਠ ਨਾਨਕ ਉਰ ਧਾਰੀ ਰੇ। ਗੁਰਬਾਣੀ ਜਿਹੜੀ ਹੈ, ਗੁਰੂ ਨੇ ਇੱਕ ਨਿਮਖ ਵੀ ਆਪਣੇ ਮਨ ਤੋਂ ਪਰੇ ਨਹੀਂ ਕੀਤੀ ਹੈ। ਤੇ ਸਿੱਖ ਵਾਸਤੇ ਵੀ ਕੀ ਹੁਕਮ ਹੈ? ਪਾਤਸ਼ਾਹ ਜੀ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਗੁਰਬਾਣੀ ਗਾਵੇ ਭਾਈ, ਉਹ ਸਫਲ ਸਦਾ ਸੁਖਦਾਈ। ਉਹਨਾਂ ਲੋਕਾਂ ਤੋਂ ਸੁਚੇਤ ਰਹਿਣਾ ਜਿਹੜੇ ਕਹਿੰਦੇ ਬਾਣੀ ਦਾ ਬਹੁਤਾ ਪਾਠ ਕਰਨ ਦਾ ਕੋਈ ਫਾਇਦਾ ਨਹੀਂ। ਸਤਿਗੁਰੂ ਦਾ ਕਹਿੰਦੇ ਬਾਣੀ ਜਿੰਨੀ ਪੜ੍ਹੀ ਜਾਵੇ ਉਨੀ ਥੋੜ੍ਹੀ ਹੈ। ਸਵੇਰੇ ਉੱਠਦਿਆਂ ਸਾਰ ਬਾਣੀ ਪੜ੍ਹਨੀ ਹੈ। ਗੁਰਬਾਣੀ ਨੂੰ ਗਾਉਣ ਨਾਲ ਜੀਵਨ ਸਫਲ ਹੁੰਦਾ ਹੈ। ਇਸ ਲਈ ਸਾਧ ਸੰਗਤ ਬਾਣੀ ਦਾ ਜਿੰਨਾ ਵੀ ਨੇਮ ਵਧਾਉਣਾ ਹੈ ਉਨਾ ਹੀ ਥੋੜ੍ਹਾ ਹੈ। ਕਦੇ ਕੁਰਬਾਨੀ ਵਾਲਿਆਂ ਨੂੰ, ਕਰਨੀ ਵਾਲਿਆਂ ਵੱਲ ਦੇਖੋ, ਜਿਨ੍ਹਾਂ ਨੇ ਜੀਵਨ ਗੁਰੂ ਤੋਂ ਨਿਸ਼ਾਵਰ ਕੀਤਾ ਹੈ, ਜਿਹੜੇ ਧਰਮ ਦੇ ਬੇੜੇ ਵਿੱਚ ਸਵਾਰ ਹੋ ਕੇ ਸਾਨੂੰ ਦਿਸਦਾ ਕਿ ਪਾਰ ਲੰਘ ਗਏ ਨੇ। ਅਸੀਂ ਸੇਧ ਉਹਨਾਂ ਤੋਂ ਲੈਣੀ ਹੈ, ਕੱਚਿਆਂ ਤੇ ਅਧੂਰਿਆਂ ਤੋਂ ਨਹੀਂ ਲੈਣੀ ਹੈ। ਸੁਣ ਗੁਰ ਸ਼ਬਦ ਕਮਾਵਣ ਠਨ ਹੈ। ਗੁਰੂ ਦੇ ਸ਼ਬਦ ਨੂੰ ਸੁਣੇ ਤੇ ਜੀਵਨ ਵਿੱਚ ਕਮਾਵੇ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਏ ਰਤਨ। ਸੁਣਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਹਿ ਨਿਸਤਾਰ। ਇਸ ਕਰਕੇ ਬਚਨ ਸੁਣ ਕੇ, ਮੰਨ ਕੇ, ਕਿਉਂਕਿ 3 ਅਵਸਥਾਵਾਂ ਨੇ, ਸ਼ਰਵਣ ਮੰਨਣ ਨਿਧਿਆਸਨ। ਸ਼ਰਵਣ ਸੁਣਨਾ ਪ੍ਰੀਤ ਕਰਕੇ ਹੈ, ਮੰਨਣਾ ਸੱਚੇ ਦਿਲੋਂ ਹੈ, ਤੇ ਫਿਰ ਇਹਨੂੰ ਜੀਵਨ ਵਿੱਚ ਆਪਣਾ ਭਲਾ ਜਾਣ ਕੇ ਜੋ ਗੁਰ ਦੀਆ ਸੋ ਮਨ ਕੈ ਕਾਮ, ਆਪਣੇ ਭਲੇ ਹਿੱਤ ਇਹਨੂੰ ਜੀਵਨ ਵਿੱਚ ਧਾਰਨ ਕਰਨਾ ਹੈ। ਜੋ ਧਾਰਨ ਕਰ ਲੈਂਦੇ ਨੇ, ਗੁਰ ਕੈ ਬਚਨ ਨ ਆਵੈ ਹਾਰ, ਉਹਨਾਂ ਦੀ ਇਸ ਲੋਕ ਵਿੱਚ ਪਰਲੋਕ ਵਿੱਚ ਕਦੇ ਵੀ ਹਾਰ ਨਹੀਂ ਹੁੰਦੀ। ਸਦੀਵ ਕਾਲ ਲਈ ਉਹ ਜਿੱਤ ਪ੍ਰਾਪਤ ਕਰ ਜਾਂਦੇ ਹਨ। ਇਮ ਗੁਰ ਕਹੀ ਸੁਣੀਦਾ ਕਾਨ। ਇਵੇਂ ਜਿਵੇਂ ਸਤਿਗੁਰੂ ਅਮਰਦਾਸ ਜੀ ਨੇ ਸਿੱਖਿਆ ਦਿੱਤੀ ਹੈ, ਸਾਰੇ ਸਿੱਖਾਂ ਨੇ ਕੰਨ ਧਰ ਕੇ ਪ੍ਰੇਮ ਨਾਲ ਸ਼ਰਵਣ ਕੀਤੀ ਹੈ। ਗੁਰ ਸਿੱਖਿਆ ਸਿੱਖਿਆ ਨ ਸੁਖ ਦਾਨ। ਗੁਰੂ ਦੀ ਸਿੱਖਿਆ ਜਿਹੜੀ ਹੈ ਸਿੱਖਾਂ ਨੂੰ ਸੁੱਖ ਦੇਣ ਵਾਲੀ ਹੈ। ਧਰੀ ਹਿਰਦੇ ਮਹਿ ਜੋ ਬੜ ਭਾਗੇ। ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹਨਾਂ ਨੇ ਬਚਨ ਸੁਣ ਕੇ ਹਿਰਦੇ ਵਿੱਚ ਧਾਰਨ ਕਰ ਲਏ ਹਨ। ਸਤਨਾਮ ਜਪਵੇ ਲਿਵ ਲਾਗੀ। ਤਾਂ ਗੁਰੂ ਦੇ ਬਚਨ ਸੁਣ ਕੇ ਉਹਨਾਂ ਦੀ ਲਿਵ ਜਿਹੜੀ ਹੈ ਸਤਨਾਮ ਵਿੱਚ ਲੱਗ ਜਾਂਦੀ ਹੈ। ਗੁਰਬਾਣੀ ਸੁਣਤ ਮੇਰਾ ਮਨ ਦਰਵਿਆ, ਮਨ ਭੀਨਾ ਨਿਜ ਘਰ ਆਵੇ ਗੋ। ਤੇ ਨਾਲ ਹੀ ਸਾਧ ਸੰਗਤ ਬੇਨਤੀ ਹੈ ਕਿ ਸ਼ਬਦ ਨੂੰ ਟਿਕਾਉਣਾ ਕਿੱਥੇ ਹੈ? ਗੁਰਬਾਣੀ ਨੂੰ ਕਿਸ ਥਾਂ ਤੇ ਲਿਖਣਾ ਹੈ? ਪਾਤਸ਼ਾਹ ਜੀ ਕਹਿੰਦੇ, ਕਲੋ ਮਸਾਜਨੀ ਕਿਆ ਸਦਾਈ ਹੈ, ਹਿਰਦੈ ਹੀ ਲਿਖ ਲਿਓ। ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ। ਰੋਜ਼ ਆਪਾਂ ਮਦਾਵਣੀ 'ਚ ਪੜ੍ਹਦੇ ਹਾਂ ਨਾ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰੇ ਧਾਰੋ। ਹਿਰਦੇ ਵਿੱਚ ਧਾਰਨ ਕਰਕੇ ਰੱਖ। ਤੇ ਜਿਸ ਹਿਰਦੇ ਵਿੱਚ ਗੁਰੂ ਦਾ ਸ਼ਬਦ ਧਾਰਨ ਕਰ ਲਿਆ ਜਾਵੇ, ਟਿਕਾ ਲਿਆ ਜਾਵੇ, ਤੇ ਨਾਵੇਂ ਪਾਤਸ਼ਾਹ ਜੀ ਕਹਿੰਦੇ ਉਹਦੇ ਬਰਾਬਰ ਕੋਈ ਨਹੀਂ ਹੈ। ਰਾਮ ਨਾਮ ਉਰ ਮੈਂ ਗਹਿਓ, ਜਾ ਕੇ ਸਾਹਮਣੇ ਕੋਏ। ਕਹੋ ਨਾਨਕ ਸੰਕਟ ਮਿਟੇ, ਦਰਸ ਤੁਹਾਰੋ ਹੋਏ। ਉਹਦੇ ਬਰਾਬਰ ਕੋਈ ਨਹੀਂ ਜਿਹਨੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ, ਨਾਮ ਨੂੰ ਟਿਕਾ ਲਿਆ ਹੈ। ਇਸ ਪ੍ਰਕਾਰ ਵੱਡੇ ਭਾਗਾਂ ਵਾਲਿਆਂ ਨੇ ਬਚਨ ਮੰਨ ਕੇ ਧਾਰਨ ਕੀਤਾ ਹੈ ਤੇ ਅੰਦਰੋਂ ਪ੍ਰੀਤ ਜਿਹੜੀ ਹੈ ਸੱਚੇ ਨਾਮ ਵਿੱਚ ਜੁੜ ਗਈ ਹੈ। ਅਧਿਆਏ ਸਮਾਪਤ ਦੋਹਰਾ। ਸੋ 64ਵਾਂ ਅਧਿਆਏ ਪਹਿਲੀ ਰਾਸ ਦਾ ਸਮਾਪਤ ਹੁੰਦਾ ਹੈ। 65ਵਾਂ ਅਧਿਆਏ ਜਿਹੜਾ ਹੈ ਉਹ ਆਰੰਭ ਹੋ ਰਿਹਾ ਹੈ। ਘਟ ਘਟ ਵਿਆਪਕ ਸਤਿਗੁਰੂ, ਜਿਮ ਆਕਾਸ਼ ਸਭ ਮਾਹੇ। ਕਵੀ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਆਕਾਸ਼ ਘਟ ਘਟ ਦੇ ਵਿੱਚ ਹੀ ਸਮਾਇਆ ਹੋਇਆ ਹੈ, ਇਵੇਂ ਸਤਿਗੁਰੂ ਜੀ ਵੀ ਘਟ ਘਟ ਦੇ ਵਿੱਚ ਵਿਆਪਕ ਹਨ। ਸੋ ਜਾਣਹਿ ਇਸ ਭੇਵ ਕੋ, ਕਿਰਪਾ ਦ੍ਰਿਸ਼ਟ ਹੈ ਜਾਹੇ। ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਉਹ ਇਸ ਭੇਦ ਨੂੰ ਜਾਣਦੇ ਨੇ ਕਿ ਗੁਰੂ ਘਟ ਘਟ ਵਿੱਚ ਵਿਆਪਕ ਹੈ। ਘਟ ਘਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ।
ਉਹਨਾਂ ਨੂੰ ਸਮਝ ਪੈਂਦੀ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਜਿਨ੍ਹਾਂ ਉੱਪਰ ਗੁਰੂ ਦੀ ਵਿਸ਼ੇਸ਼ ਬਖਸ਼ਿਸ਼ ਰਹਿਮਤ ਹੁੰਦੀ ਹੈ। ਚੌਪਈ ਇੱਕ ਦਿਨ ਦੇਗ ਸਥਲ ਗੁਰ ਗਏ। ਇੱਕ ਦਿਨ ਸਤਿਗੁਰੂ ਜੀ ਲੰਗਰ ਵਿੱਚ ਲੰਗਰ ਵਾਲੇ ਅਸਥਾਨ ਤੇ ਜਾਂਦੇ ਹਨ। ਸਿੱਖ ਸਰਬ ਹੀ ਸੰਗੀ ਭਏ। ਸਾਰੇ ਹੀ ਸਿੱਖ ਸਤਿਗੁਰੂ ਜੀ ਦੇ ਨਾਲ ਹਨ। ਲਵਣ ਵਿਹੀਨ ਓਗਰਾ ਖਾਇਬ। ਜੋ ਗੁਰੂ ਅਮਰਦਾਸ ਜੀ ਦਾ ਰੋਜ਼ ਦਾ ਨੇਮ ਹੈ ਉਸ ਅਨੁਸਾਰ ਲੂਣ ਤੋਂ ਵਿਹੂਣਾ ਓਗਰਾ ਦਲੀਆ ਸਤਿਗੁਰਾਂ ਛਕਿਆ ਹੈ। ਪਾਣੀ ਪਾਨ ਕੀਨ ਤ੍ਰਿਪਤਾਇਬ। ਜਲ ਛਕ ਕੇ ਸਤਿਗੁਰੂ ਜੀ ਤ੍ਰਿਪਤ ਹੋ ਗਏ ਹਨ। ਖਟ ਰਸ ਕੋ ਆਹਾਰ ਸਭ ਸ਼ੁਭ ਭਾਂਤੀ। 6 ਪ੍ਰਕਾਰ ਦਾ 6 ਰਸਾਂ ਵਾਲਾ ਸ਼ੁਭ ਆਹਾਰ ਹੋਰ ਵੀ ਤਿਆਰ ਹੋਇਆ ਹੈ। ਸਤ ਸੰਗਤ ਅਚਵਿਓ ਕਰ ਪਾਂਤੀ। ਜਿਹੜਾ ਭੋਜਨ ਸਾਰੀ ਸੰਗਤ ਨੇ ਛਕਿਆ ਹੈ। ਸੂਖਮ ਓਦਨ ਪਾਇਸ ਘਨੀ। ਇਸ ਪ੍ਰਕਾਰ ਵਧੀਆ ਚਾਵਲਾਂ ਦੀ ਸੋਹਣੀ ਖੀਰ ਤਿਆਰ ਕੀਤੀ ਗਈ ਹੈ। ਸਰਪੀ ਸਤਾ ਸਵਾਦ ਸੋ ਸਨੀ। ਜਿਹੜੀ ਘਿਓ ਤੇ ਮਿੱਠੇ ਦੇ ਨਾਲ ਸਵਾਦ ਨਾਲ ਰਸਾਂ ਨਾਲ ਭਰੀ ਪਈ ਹੈ। ਕਿਉਂਕਿ ਬਾਣੀ ਵਿੱਚ ਵੀ ਆਪਾਂ ਸਰਵਣ ਕਰਦੇ ਹਾਂ ਨਾ, ਬਲਵੰਡ ਖੀਵੀ ਨੇਕ ਜਾਣਾ, ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਕਿਆਲੀ। ਖੀਰ ਦੇ ਵਿੱਚ ਮਿੱਠਾ ਪਾ ਕੇ ਤੇ ਦੇਸੀ ਘਿਓ ਪਾ ਕੇ ਗੁਰੂ ਕੇ ਲੰਗਰਾਂ ਵਿੱਚ ਛਕਾਇਆ ਜਾਂਦਾ ਸੀ। ਇਵੇਂ ਹੀ ਸਾਧ ਸੰਗਤ ਗੁਰੂ ਘਰ ਦੇ ਵਿੱਚ 6 ਪ੍ਰਕਾਰ ਦੇ ਭੋਜਨ ਤਿਆਰ ਹੋਏ। ਬਹੁਤ ਸੁੰਦਰ ਚੌਲਾਂ ਦੀ ਇੱਕ ਵਧੀਆ ਖੀਰ ਵੀ ਕਵੀ ਜੀ ਕਹਿੰਦੇ ਹਨ ਤਿਆਰ ਕੀਤੀ ਗਈ ਹੈ। ਆਨਕ ਭਾਂਤ ਕੀ ਸੂਪ ਬਨਾਈ। ਕਈ ਪ੍ਰਕਾਰ ਦੀ ਸਬਜ਼ੀ ਸੂਪ ਤਿਆਰ ਹੋਏ ਹਨ। ਦਾਲ ਮਸਾਲੇ ਸਵਾਦ ਰਸਾਈ। ਬਹੁਤ ਵਧੀਆ ਮਸਾਲੇ ਬਣਾ ਕੇ ਸਵਾਦਿਸ਼ਟ ਭੋਜਨ ਤਿਆਰ ਕੀਤਾ ਗਿਆ ਹੈ। ਗੋਤਮ ਚੂਨ ਸੋ ਫੁਲਕਾ ਕਰੇ। ਕਣਕ ਦਾ ਆਟਾ ਗੁੰਨ ਕੇ ਸੋਹਣੇ ਫੁਲਕੇ ਤਿਆਰ ਕੀਤੇ ਗਏ ਹਨ। ਮਿਰਦੁਲ ਪਾਤਰੇ ਬਹੁ ਕਰ ਧਰੇ। ਪਤਲੇ ਪਤਲੇ ਬੜੇ ਤਰੀਕੇ ਨਾਲ ਜੋ ਪਕਾਏ ਗਏ ਹਨ। ਇਤਿਆਦਿਕ ਸ਼ੁਭ ਹੋਤ ਆਹਾਰ। ਇਸ ਪ੍ਰਕਾਰ ਸ਼ੁੱਧ ਭੋਜਨ ਤਿਆਰ ਕੀਤਾ ਗਿਆ ਹੈ। ਪੇ ਕਰ ਬੁੱਢੇ ਬਾਪ ਉਚਾਰ। ਜੋ ਕਿ ਸਾਰਾ ਗੁਰੂ ਕੀ ਸੰਗਤ ਨੇ ਛਕਿਆ ਹੈ ਤੇ ਵੇਖ ਕੇ ਬਾਬਾ ਬੁੱਢਾ ਜੀ ਪ੍ਰਸ਼ਨ ਕਰਦੇ ਹਨ। ਸ੍ਰੀ ਸਤਿਗੁਰ ਜੀ ਪਰਮ ਕਿਰਪਾਲ। ਹੇ ਪਰਮ ਕਿਰਪਾਲੂ ਸ੍ਰੀ ਸਤਿਗੁਰੂ ਜੀਓ, ਹੋਤ ਆਹਾਰ ਅਨੇਕ ਰਸਾਲ। ਵੇਖੋ ਕਿੰਨੇ ਪ੍ਰਕਾਰ ਦੇ ਸੁੰਦਰ ਭੋਜਨ ਤਿਆਰ ਕੀਤੇ ਗਏ ਹਨ। ਸੋ ਸਭ ਸੰਗਤ ਅਚੈ ਸੋ ਚੀਨ। ਸੋ ਸਾਰੇ ਭੋਜਨ ਮੈਂ ਵੇਖਿਆ ਸੰਗਤ ਨੇ ਛਕੇ ਹਨ। ਆਪ ਓਗਰਾ ਲਵਣ ਵਿਹੀਨ। ਤੇ ਆਪ ਜੀ ਨੇ ਕੇਵਲ ਦਲੀਆ ਹੀ ਲੂਣ ਤੋਂ ਰਹਿਤ ਖਾਧਾ ਹੈ। ਇਹ ਸਿੱਖਣ ਕੇ ਉਚਿਤ ਨਾ ਕੋਈ। ਇਹ ਸਤਿਗੁਰੂ ਜੀ ਗੱਲ ਸਿੱਖਾਂ ਲਈ ਯੋਗ ਨਹੀਂ ਹੈ। ਤੂੰ ਬਿਨ ਅਚਹਿ ਸਵਾਦ ਰਸ ਭੋਈ। ਜੋ ਕਿ ਸਿੱਖ ਵਧੀਆ ਭੋਜਨ ਛਕਣ ਤੇ ਤੁਸੀਂ ਬੇਸਵਾਦਾ ਭੋਜਨ ਛਕਿਆ ਹੈ। ਜਸ ਤੁਮ ਅਚਹੁ ਚਾਹੇ ਕਰ ਚਿਤ ਮੈਂ। ਜੋ ਕਿ ਤੁਸੀਂ ਛਕਦੇ ਹੋ ਜਿਸ ਤਰ੍ਹਾਂ ਸਿੱਖਾਂ ਦੇ ਚਿੱਤ ਵਿੱਚ ਹੈ। ਸੋ ਸਿੱਖ ਅਚਹਿ ਰੀਤ ਇਹ ਹਿਤ ਮੈਂ। ਤੇ ਸਿੱਖਾਂ ਨੂੰ ਵੀ ਫਿਰ ਤੁਹਾਡੇ ਵਾਂਗ ਇਸ ਤਰ੍ਹਾਂ ਦਾ ਭੋਜਨ ਛਕਣਾ ਚਾਹੀਦਾ। ਅਸਲ ਵਿੱਚ ਤਾਂ ਇਹੀ ਰੀਤ ਸਿੱਖਾਂ ਦੇ ਹਿੱਤ ਵਿੱਚ ਹੈ। ਤੁਮਰੇ ਬਿਨਾ ਖਾਹੇ ਨਹਿ ਨੀਕੇ। ਤੁਹਾਨੂੰ ਛੱਡ ਕੇ ਆਪ ਜੀ ਨੂੰ ਛੱਡ ਕੇ ਸੁੰਦਰ ਵਧੀਆ ਭੋਜਨ ਖਾਣੇ ਸਾਨੂੰ ਯੋਗ ਨਹੀਂ ਹਨ। ਏਵ ਮਨੋਰਥ ਹੈ ਮਮ ਹੀ ਕੇ। ਸਤਿਗੁਰੂ ਜੀ ਇਹ ਮੇਰਾ ਆਪ ਜੀ ਨੂੰ ਕਹਿਣ ਦਾ ਮਨੋਰਥ ਹੈ। ਬਹੁ ਦਿਨ ਕੋ ਮੈਂ ਚਾਹਤ ਰਹਿਓ। ਬਹੁਤ ਦਿਨਾਂ ਦਾ ਮੈਂ ਮਨ ਵਿੱਚ ਵਿਚਾਰ ਕਰ ਰਿਹਾ ਸੀ। ਆਜ ਸੁਨਾਇਓ ਅਵਸਰ ਲਹਿਓ। ਅੱਜ ਮੈਂ ਸਮਾਂ ਪਾ ਕੇ ਜੋ ਮੌਕੇ ਤੇ ਇਹ ਗੱਲ ਆਪ ਜੀ ਨੂੰ ਆਖ ਰਿਹਾ ਹਾਂ। ਸੁਣ ਪ੍ਰਸੰਨ ਬੁੱਢੇ ਪਰ ਭਏ। ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸਤਿਗੁਰੂ ਪ੍ਰਸੰਨ ਹੋ ਜਾਂਦੇ ਹਨ। ਇਸ ਪ੍ਰਕਾਰ ਕੋ ਉੱਤਰ ਦੇ। ਇਸ ਪ੍ਰਕਾਰ ਸਤਿਗੁਰੂ ਜੀ ਇਸ ਦਾ ਉੱਤਰ ਦਿੰਦੇ ਹਨ। ਗੁਰਮੁਖ ਸੰਗਤ ਅਰ ਮਮ ਮਾਹੀ। ਪਾਤਸ਼ਾਹ ਜੀ ਕਹਿੰਦੇ ਜੋ ਗੁਰੂ ਦੀ ਪਿਆਰੀ ਸੰਗਤ ਹੈ ਅਤੇ ਮੇਰੇ ਵਿੱਚ ਭੇਦ ਦੋਹਨ ਮੈਂ ਜਾਣੋ ਨਾਹੀ। ਸਾਡੇ ਦੋਨਾਂ ਵਿੱਚ ਭੇਦ ਫਰਕ ਨਹੀਂ ਜਾਣਨਾ ਹੈ। ਮੈਂ ਸੰਗਤ ਕੇ ਸੰਗ ਅਸ਼ੇਦ। ਜੋ ਕਿ ਮੈਂ ਸੰਗਤ ਦੇ ਨਾਲ ਹੀ ਰਹਿੰਦਾ ਹਾਂ। ਸੁਖ ਤੇ ਸੁਖੀ ਖੇਦ ਤੇ ਖੇਦ। ਜੇ ਗੁਰੂ ਕੀ ਸੰਗਤ ਸੁਖੀ ਹੈ ਤਾਂ ਮੈਨੂੰ ਸੁਖ ਪ੍ਰਾਪਤ ਹੁੰਦਾ ਹੈ, ਜੇ ਸੰਗਤ ਦੁਖੀ ਹੈ ਤਾਂ ਦੁੱਖ ਪ੍ਰਾਪਤ ਹੁੰਦਾ ਹੈ। ਆਪਾਂ ਚੌਪਈ ਸਾਹਿਬ ਵਿੱਚ ਵੀ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ ਨਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧੁਨ ਕੇ ਸੁਖੀ।
ਜਿਵੇਂ ਬੱਚੇ ਨੂੰ ਦੁੱਖ ਮਿਲੇ ਤਾਂ ਮਾਂ ਹਿਰਦੇ ਤੋਂ ਦੁਖੀ ਹੁੰਦੀ ਹੈ, ਬੱਚੇ ਨੂੰ ਸੁਖੀ ਵੇਖ ਕੇ ਮਾਂ ਵੀ ਸੁਖ ਮਾਣਦੀ ਹੈ। ਇਵੇਂ ਗੁਰੂ ਦਾ ਸਿੱਖਾਂ ਨਾਲ ਪਿਆਰ ਹੈ। ਤੇ ਸਤਿਗੁਰੂ ਜੀ ਕਹਿੰਦੇ ਮੇਰੀ ਤਾਂ ਭਾਈ ਇਸ ਪ੍ਰਕਾਰ ਦੀ ਭਾਵਨਾ ਹੈ, ਜੋ ਸੰਗਤ ਰੁਚ ਕਰਤ ਆਹਾਰ, ਜੋ ਸੰਗਤ ਰੁਚੀ ਕਰਕੇ ਭੋਜਨ ਛਕਦੀ ਹੈ, ਸੋ ਮੁਝ ਪਹੁੰਚੇ ਸਵਾਦ ਅਨਸਾਰ। ਉਹ ਸਾਰੇ ਸਵਾਦ ਜਿਹੜੇ ਨੇ ਮੇਰੇ ਤੱਕ ਪਹੁੰਚ ਜਾਂਦੇ ਹਨ। ਕਰਤੇ ਚੂੜਾ ਬਚਨ ਇਮ ਕਹੈ, ਸਤਿਗੁਰੂ ਜੀ ਦਲੀਆ ਛਕਣ ਤੋਂ ਬਾਅਦ ਜੋ ਚੂਲਾ ਕਰਦੇ ਸਨ, ਇਸ ਤਰ੍ਹਾਂ ਬਚਨ ਆਖਦੇ ਹਨ। ਦੇਖੋ ਮੁਖ ਮੇਰੇ ਮੈਂ ਅਹੈ, ਵੇਖੋ ਕਿ ਉਹ ਸਾਰੇ ਜਿਹੜੇ ਨੇ ਮੇਰੇ ਮੁਖ ਵਿੱਚ ਆਏ ਹਨ। ਕਰਕੇ ਚੂੜਾ ਦਿਖਾਵਨ ਕੀਨਾ, ਜੋ ਸਤਿਗੁਰੂ ਜੀ ਨੇ ਹੱਥ ਸੁੱਚੇ ਕਰਕੇ ਚੂਲਾ ਕੀਤਾ ਹੈ, ਉਸ ਦੇ ਵਿੱਚ ਦਿਖਾਉਣਾ ਕੀਤਾ ਹੈ। ਸਗਲ ਅਸਨ ਕਨ ਤਿਸ ਮਹਿ ਚੀਨਾ, ਜਿਹੜੇ ਜਿਹੜੇ ਭੋਜਨ ਗੁਰੂ ਕੀ ਸੰਗਤ ਨੇ ਛਕੇ ਨੇ, ਉਸ ਭੋਜਨ ਦੇ ਕਣ ਜਿਹੜੇ ਨੇ ਗੁਰੂ ਸਾਹਿਬ ਦੇ ਚੂਲੇ ਵਿੱਚ ਆਏ ਹਨ। ਪਾਇਸ ਆਦਿਕ ਦੇਖਨ ਕਰੇ, ਜੋ ਖੀਰ ਆਦਿ ਦੇ ਕਣ ਸਨ, ਉਹ ਸਿੱਖਾਂ ਨੇ ਦੇਖੇ ਹਨ। ਸਭ ਮਹਿ ਗੁਰੂ ਰੂਪ ਨਿਜ ਧਰੇ, ਗੁਰੂ ਸਾਰਿਆਂ ਦੇ ਵਿੱਚ ਹੀ ਆਪਣਾ ਨਿਜ ਰੂਪ ਧਾਰਨ ਕਰਕੇ ਵਸ ਰਿਹਾ ਹੈ। ਆਪ ਅਚਾਵਹਿ ਅਚਮਹਿ ਆਪੇ, ਆਪ ਹੀ ਗੁਰੂ ਛਕਦਾ ਹੈ ਤੇ ਆਪ ਹੀ ਛਕਾਉਣ ਵਾਲਾ ਹੈ। ਆਪੇ ਸਭ ਘਟ ਥਾਪ ਥਾਪੇ, ਤੇ ਆਪ ਹੀ ਗੁਰੂ ਸਾਰੀ ਸੰਗਤ ਨੂੰ, ਮਨੁੱਖਤਾ ਨੂੰ, ਜੀਵਾਂ ਨੂੰ ਪੈਦਾ ਕਰਕੇ ਸਾਰਿਆਂ ਦੇ ਵਿੱਚ ਵਸ ਰਿਹਾ ਹੈ, ਸਾਰਿਆਂ ਦੇ ਅੰਦਰ ਪਰਿਪੂਰਨ ਹੈ। ਬਾਣੀ ਚੋਂ ਵੀ ਆਪਾਂ ਬਚਨ ਪੜ੍ਹਦੇ ਹਾਂ ਨਾ, ਆਪੇ ਧਰਤੀ ਆਪੇ ਰਾਹਕ, ਆਪ ਜਮਾਏ ਪਿਸਾਵੇ, ਆਪ ਪਕਾਵੇ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੇ, ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਚੁੜੀ ਭਰਾਵੇ, ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੇ। ਇਸ ਪ੍ਰਕਾਰ ਸਾਧ ਸੰਗਤ ਗੁਰੂ ਪਰਿਪੂਰਨ ਹੈ, ਘਟ ਘਟ ਦੇ ਵਿੱਚ ਵਸਦਾ ਹੈ। ਸਗਰੇ ਅੰਨ ਅੰਸ਼ ਦਿਖਰਾਈ, ਸਾਰੇ ਤਰ੍ਹਾਂ ਦੇ ਅੰਨ ਦੇ ਅੰਸ਼ ਜਿਹੜੇ ਨੇ ਉਹ ਚੁਲੇ ਵਿੱਚੋਂ ਦਿਖਾ ਦਿੱਤੇ ਹਨ। ਹੁਣ ਸ੍ਰੀ ਸਤਿਗੁਰ ਵਰਣ ਸੁਨਾਈ, ਇਸ ਪ੍ਰਕਾਰ ਸਤਿਗੁਰੂ ਜੀ ਵਰਣਨ ਕਰਦੇ ਹਨ। ਦੰਤਨ ਜਾੜਨ ਮੈਂ ਲੱਗ ਜੋਈ, ਜੋ ਕਣ ਸਤਿਗੁਰਾਂ ਦੇ ਦੰਦਾਂ ਤੇ ਜਾੜਾਂ ਵਿੱਚ ਲੱਗੇ ਸਨ, ਸਿਹ ਕੋ ਕੀਨ ਦਿਖਾਵਨ ਸੋਈ, ਉਹ ਵੀ ਸਾਰੇ ਦਿਖਾ ਦਿੱਤੇ ਹਨ। ਪਰਮ ਹੇਤੂ ਬ੍ਰਿਧ ਤੂੰ ਬੁੱਧਵੰਤ, ਕਹਿਣ ਲੱਗੇ ਕਿ ਮੇਰੇ ਹਿੱਤ ਵਿੱਚ ਰਹਿ ਸੋਚਣ ਵਾਲੇ, ਜਾਣਨ ਵਾਲੇ, ਹੇ ਬਾਬਾ ਬੁੱਢਾ ਜੀ ਤੁਸੀਂ ਬੁੱਧੀਵਾਨ ਹੋ। ਨਿਸ਼ਚੈ ਮੇਰੋ ਇਹੀ ਮਤੰਤ, ਮੇਰਾ ਇਹੀ ਮਤ ਹੈ ਕਿ ਇਸ ਨੂੰ ਨਿਸ਼ਚੈ ਕਰਕੇ ਧਾਰਨ ਕਰਨਾ ਕਰੋ। ਸੰਗਤ ਅਛੇ ਪ੍ਰੇਮ ਕੇ ਨਾਲ, ਜੋ ਭੋਜਨ ਸੰਗਤ ਪ੍ਰੇਮ ਨਾਲ ਛਕਦੀ ਹੈ, ਸੋ ਮੁਝ ਪਹੁੰਚੈ ਸਭ ਹੀ ਕਾਲ, ਉਹ ਹਰ ਸਮੇਂ ਜਿਹੜਾ ਹੈ ਮੇਰੇ ਤੱਕ ਪਹੁੰਚ ਜਾਂਦਾ ਹੈ। ਸੰਗਤ ਮੋਹ ਬਿਨ ਦੂਸਰ ਨਾਹੀ, ਮੇਰੇ ਬਿਨਾ ਤੇ ਸੰਗਤ ਬਿਨਾ ਕੋਈ ਹੋਰ ਦੂਸਰਾ ਨਹੀਂ ਹੈ। ਏਕ ਰੂਪ ਜਾਨੋ ਮਨ ਮਾਹੀ, ਮੈਨੂੰ ਤੇ ਸੰਗਤ ਨੂੰ ਇੱਕ ਰੂਪ ਕਰਕੇ ਜਾਣਨਾ ਕਰੋ। ਬਾਣੀ ਚੋਂ ਆਪਾਂ ਬਚਨ ਪੜ੍ਹਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੂਝੋ ਸ਼ਬਦ ਵਿਚਾਰ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਸੰਗਤ ਵਿੱਚ ਹੀ ਵਰਤ ਰਿਹਾ ਸਾਧ ਸੰਗਤ। ਇਸੇ ਲਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਪ੍ਰੇਰਨਾ ਕੀਤੀ ਹੈ ਵੀ ਜਦੋਂ ਆਪਾਂ ਸੇਵਾ ਕਰਨੀ ਹੈ ਨਾ, ਤੇ ਭਾਵਨਾ ਰੱਖਣੀ ਹੈ ਕਿ ਗੁਰੂ ਨਾਨਕ ਦੀ ਸੰਗਤ ਦੀ ਸੇਵਾ, ਗੁਰੂ ਦੀ ਸੇਵਾ ਜਾਣ ਕੇ ਕਰ ਰਹੇ ਹਾਂ। ਇਸੇ ਲਈ ਬਾਣੀ ਵਿੱਚ ਸਤਿਗੁਰੂ ਕਹਿੰਦੇ, ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ। ਗੁਰ ਸਿੱਖਾਂ ਦੀ ਪ੍ਰੇਮ ਨਾਲ ਸੇਵਾ ਕਰਨੀ ਗੁਰੂ ਦੀ ਸੇਵਾ ਦੇ ਤੋਲੀ ਹੈ। ਇਸੇ ਲਈ ਇਹ ਗੁਰੂ ਘਰ ਵਿੱਚ ਪਰੰਪਰਾ ਰਵਾਇਤ ਹੈ ਅੱਜ ਤੱਕ ਵੀ ਕਿ ਗੁਰ ਸਿੱਖਾਂ ਨੂੰ ਜਿਹੜਾ ਭੋਜਨ ਛਕਾਉਣਾ ਹੈ ਉਹ ਗੁਰੂ ਦੀ ਸੇਵਾ ਕਰਕੇ ਹੀ ਜਾਣਿਆ ਜਾਂਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਦਸਮ ਬਾਣੀ ਦੇ ਅੰਦਰ, ਸੇਵ ਕਰੀ ਇਨਹੀ ਕੀ ਭਾਵਤ ਅਰ ਔਰ ਕੀ ਸੇਵਤ ਸੁਹਾਤ ਨਾ ਜੀ ਕੋ। ਸੇਵਾ ਕਰਨੀ ਹੈ ਤੇ ਮੇਰੇ ਖਾਲਸੇ ਦੀ ਕਰਿਓ, ਕਿਸੇ ਹੋਰ ਦੀ ਸੇਵਾ ਮੈਨੂੰ ਚੰਗੀ ਨਹੀਂ ਲੱਗਦੀ, ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਹਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਕਹਿੰਦੇ ਸੇਵਾ ਕਰਨੀ ਤੇ ਖਾਲਸੇ ਦੀ ਕਰੋ, ਸੇਵ ਕਰੀ ਇਨਹੀ ਕੀ ਭਾਵਤ ਅਰ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਣ ਕੋ ਦਾਨ ਨ ਲਾਗਤ ਲੀਕੋ।
आगे फलै इन्हीं को दियो जग में जस और दियो सब फीको मोह ग्रह मैं मन ते तन ते सिर लो धन है सब ही इन्हीं को। मैं जिस खालसे ਦੇ ਉੱਪਰੋਂ ਆਪਣਾ ਮਨ ਤਨ ਧਨ ਸਭ ਕੁਝ ਨਿਸ਼ਾਵਰ ਕਰ ਰਿਹਾ। ਜੇ ਮੇਰੀ ਖੁਸ਼ੀ ਲੈਣੀ ਆ ਤੇ ਮੇਰੇ ਖਾਲਸੇ ਦੀ ਸੇਵਾ ਕਰਿਓ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ। ਤੇ ਸਾਧ ਸੰਗਤ ਸੇਵਾ ਕਰਨ ਦਾ ਭਾਵ ਹੀ ਇਹੀ ਹੁੰਦਾ ਹੈ ਕਿ ਪ੍ਰੇਮ ਵਧੇ। ਤੇ ਜੇ ਸੇਵਾ ਕਰਦੇ ਆ ਸਾਧ ਸੰਗਤ ਪ੍ਰੇਮ ਨਹੀਂ ਹੈ ਤਾਂ ਸੇਵਾ ਗੁਰੂ ਨੂੰ ਪ੍ਰਵਾਨ ਨਹੀਂ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭੇਖ ਵਟਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਦੋਂ ਭਾਈ ਨੰਦ ਲਾਲ ਸਾਹਿਬ ਜੀ ਨੇ ਬੰਦਗੀ ਨਾਮਾ ਕਿਤਾਬ ਲਿਖੀ ਹੈ ਨਾ ਫਾਰਸੀ ਦੇ ਅੰਦਰ, ਕਲਗੀਧਰ ਪਿਤਾ ਜੀ ਨੂੰ ਭੇਂਟ ਕੀਤੀ ਹੈ ਤੇ ਸਤਿਗੁਰੂ ਜੀ ਨੇ ਉਹ ਪੁਸਤਕ ਪੜ੍ਹ ਕੇ ਉਹਦਾ ਨਾਮ ਬਦਲ ਕੇ ਰੱਖਿਆ ਜ਼ਿੰਦਗੀ ਨਾਮਾ। ਇਹ ਨੰਦ ਲਾਲ ਜਿਹੜਾ ਵੀ ਇਸ ਨੂੰ ਪੜ੍ਹੇਗਾ ਉਹਨੂੰ ਜ਼ਿੰਦਗੀ ਮਿਲੇਗੀ। ਤੇ ਨਾਲ ਇਹ ਨਹੀਂ ਸੀ ਕਿਹਾ ਕਿ ਨੰਦ ਲਾਲ ਚਲੋ ਤੁਹਾਨੂੰ ਲਾਇਬ੍ਰੇਰੀ ਬਣਾ ਕੇ ਦਈਏ, ਤੁਸੀਂ ਬੜੇ ਆਮਲ ਫਾਜ਼ਲ ਵਿਦਵਾਨ ਬਣ ਗਏ ਹੋ। ਕਿਉਂਕਿ ਜਿਸ ਸੇਵਾ ਦੇ ਵਿੱਚੋਂ ਇਹ ਗਿਆਨ ਦੀ ਦਾਤ ਪਾਈ ਸੀ ਨਾ, ਗੁਰੂ ਸਾਹਿਬ ਦੀ ਮਨਸ਼ਾ ਸੀ ਕਿ ਸਿੱਖ ਉਹ ਸੇਵਾ ਨੂੰ ਨਾ ਭੁੱਲ ਜਾਵੇ। ਤੇ ਸਤਿਗੁਰੂ ਜੀ ਨੇ ਕਿਹਾ ਨੰਦ ਲਾਲ ਜੀ ਤੁਸੀਂ ਇੱਕ ਲੰਗਰ ਚਲਾਉਣਾ ਹੈ। ਜਿੱਥੇ ਹੋਰ ਲੰਗਰ ਅਨੰਦਪੁਰ ਸਾਹਿਬ ਵਿੱਚ ਅਨੇਕਾਂ ਹੀ ਚੱਲ ਰਹੇ ਨੇ, ਬੇਅੰਤ ਸੰਗਤਾਂ ਆਉਂਦੀਆਂ ਨੇ, ਤੁਸੀਂ ਲੰਗਰ ਚਲਾ ਕੇ ਸੰਗਤ ਦੀ ਸੇਵਾ ਕਰੋ। ਤੇ ਗੁਰੂ ਸਾਹਿਬ ਫਿਰ ਰਾਤ ਨੂੰ ਭੇਖ ਵਟਾ ਕੇ ਇੱਕ ਦਿਨ ਸਾਰੇ ਲੰਗਰਾਂ ਵਿੱਚ ਗਏ। ਕਿਸੇ ਲੰਗਰੀ ਨੇ ਕਿਹਾ ਮਹਾਰਾਜ ਜੇ ਭਾਈ ਦਾਲ ਤਿਆਰ ਹੋਣ ਵਾਲੀ ਹੈ, ਕਿਸੇ ਨੇ ਕਿਹਾ ਪ੍ਰਸ਼ਾਦਾ ਤਿਆਰ ਹੋਣ ਵਾਲਾ ਹੈ, ਕਿਸੇ ਨੇ ਕਿਹਾ ਜੇ ਭੋਗ ਲੱਗਣ ਵਾਲਾ ਹੈ, ਕਿਸੇ ਨੇ ਕਿਹਾ ਆਟਾ ਗੁੰਨਣ ਵਾਲਾ ਹੈ। ਨੰਦ ਲਾਲ ਜੀ ਦੇ ਕੋਲ ਗਏ। ਨੰਦ ਲਾਲ ਜੀ ਨੇ ਬੜੇ ਅਦਬ ਦੇ ਨਾਲ ਬਿਠਾਇਆ। ਕਿਹਾ ਮਹਾਰਾਜ ਬੈਠੋ। ਪਤਾ ਤਾਂ ਲੱਗਿਆ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਖ ਵਟਾਇਆ ਹੋਇਆ ਸੀ। ਕਹਿਣ ਲੱਗੇ ਭਾਈ ਬੈਠੋ ਪ੍ਰਸ਼ਾਦਾ ਛਕਾਉਣੇ ਆ ਬੜੇ ਅਦਬ ਦੇ ਨਾਲ। ਸੋ ਸਤਿਗੁਰੂ ਜੀ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਨੰਦ ਲਾਲ ਨੂੰ ਬੁੱਕਲ ਵਿੱਚ ਲਿਆ। ਕਿਹਾ ਕਿ ਅਸਲ ਵਿੱਚ ਸੇਵਾ ਇਹੀ ਹੈ। ਜੇ ਸੇਵਾ ਦੇ ਵਿੱਚ ਪ੍ਰੇਮ ਨਹੀਂ ਫਿਰ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ ਨਾ, ਜਿਵੇਂ ਕਿ ਭਾਈ ਕੀਰਤੀਆ ਜਿਹੜਾ ਸੀ ਉਹਦੇ ਪਿਤਾ ਸੋਭਾ ਰਾਮ ਨਾਲ ਹੋਇਆ ਸੀ। ਪ੍ਰਸ਼ਾਦ ਵੰਡਦਾ ਹੋਇਆ ਵੀ ਫਿੱਕੇ ਬਚਨ ਬੋਲਦਾ ਸੀ ਤੇ ਅਖੀਰ ਰਿਛ ਦੀ ਜੂਣ ਪਾਉਣੀ ਪਈ। ਸੋ ਇਸ ਲਈ ਜੇ ਪ੍ਰੇਮ ਨਹੀਂ ਹੈ ਤਾਂ ਸੇਵਾ ਜਿਹੜੀ ਉਹ ਨਿਫਲ ਹੈ। ਸੇਵਾ ਕਰਨੀ ਇਸ ਲਈ ਹੈ ਕਿ ਸਾਡੇ ਅੰਦਰ ਪ੍ਰੇਮ ਦੀ ਧਾਰਾ ਵਹਿ ਤੁਰੇ। ਪ੍ਰੇਮ ਹੀ ਪਰਮੇਸ਼ਰ ਨਾਲ ਮਿਲਾਪ ਦਾ ਸਾਧਨ ਹੈ। ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਲਈ ਪ੍ਰੇਮ ਸਹਿਤ ਜੋ ਸੇਵਾ ਕਰਦੇ ਨੇ, ਗੁਰੂ ਨੂੰ ਸਰਬ ਵਿਆਪਕ ਜਾਣਦੇ ਨੇ, ਉਹਨਾਂ ਦੀ ਸੇਵਾ ਜ਼ਰੂਰ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ। ਸੁਣ ਕਰ ਬਿਰਧ ਬਚਨ ਸਤਿਗੁਰ ਕੇ। ਇਸ ਪ੍ਰਕਾਰ ਬਾਬਾ ਬੁੱਢਾ ਜੀ ਨੇ ਸਤਿਗੁਰਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਬਚਨ ਸ਼੍ਰਵਣ ਕੀਤੇ ਹਨ। ਮਹਾ ਪ੍ਰਬੋਧ ਪ੍ਰੇਮ ਜੁਤ ਧਰ ਕੇ। ਪ੍ਰੇਮ ਮਨ ਹਿਰਦੇ ਵਿੱਚ ਧਾਰਨ ਕੀਤਾ ਹੈ। ਚਰਨ ਕਮਲ ਪਰ ਸੀਸ ਟਿਕਾਇਓ। ਪ੍ਰਸੰਨ ਹੋ ਕੇ ਸਤਿਗੁਰਾਂ ਦੇ ਸੋਹਣੇ ਚਰਨ ਕਮਲਾਂ ਤੇ ਆਪਣਾ ਮਸਤਕ ਰੱਖ ਦਿੱਤਾ ਹੈ। ਸੋ ਜਸ ਵਿਸਾਲ ਕਰਤ ਹੁਲ ਸਾਇਓ। ਇਸੇ ਪ੍ਰਕਾਰ ਸਤਿਗੁਰਾਂ ਦਾ ਜਸ ਕਰਦੇ ਹੋਏ ਬਾਬਾ ਬੁੱਢਾ ਜੀ ਹਿਰਦੇ ਤੋਂ ਪ੍ਰਸੰਨ ਹੋ ਜਾਂਦੇ ਹਨ। ਸੰਗਤ ਅਦਕ ਬਿਰਧਿ ਗੁਰ ਕੇਰੀ। ਇਸ ਪ੍ਰਕਾਰ ਗੁਰੂ ਘਰ ਦੀ ਜਿਹੜੀ ਸੰਗਤ ਹੈ ਉਹਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ। ਸ਼ੁਭ ਮਤ ਪ੍ਰਾਪਤ ਭਈ ਬਡੇਰੀ। ਜਿੰਨੀ ਵੀ ਸੰਗਤ ਹੈ ਸਾਰੀ ਸ਼ੁਭ ਮਤ ਉੱਚੀ ਮਤ ਵਾਲੀ ਹੈ। ਸਿੱਖੀ ਰੀਤ ਮਹਦ ਵਿਸਤਾਰੀ। ਜੋ ਕਿ ਸਿੱਖੀ ਦੀ ਰੀਤ ਹੈ, ਸਿੱਖੀ ਦੇ ਨੇਮ ਨੇ, ਇਹਨਾਂ ਦਾ ਬੜਾ ਵਿਸਥਾਰ ਹੋ ਰਿਹਾ ਹੈ। ਵਿਸ਼ੇ ਭਾਸ਼ਣਾ ਸਭ ਨਿਰਵਾਰੀ। ਤਾਂ ਜਿਹੜੇ ਸਿੱਖ ਗੁਰੂ ਨਾਲ ਪਿਆਰ ਕਰਨ ਵਾਲੇ ਨੇ ਉਹਨਾਂ ਨੇ ਵਿਸ਼ੇ ਵਾਸ਼ਨਾਵਾਂ ਦਾ, ਵਿਕਾਰਾਂ ਦਾ ਤਿਆਗ ਕੀਤਾ ਹੋਇਆ ਹੈ। ਸਤਿਗੁਰ ਨੇਮ ਸਦਾ ਨਿਰਵਾਹ ਹੈ। ਸਤਿਗੁਰੂ ਜੀ ਵੀ ਸਦਾ ਹੀ ਨੇਮ ਨਿਭਾਉਂਦੇ ਹਨ। ਜਾਮ ਜਾਮਨੀ ਜਾਗਨ ਕਾ ਹੈ। ਪੈ ਰਾਤ ਰਹਿੰਦੀ ਸਤਿਗੁਰੂ ਜੀ ਉੱਠਦੇ ਨੇ। ਕਿਉਂਕਿ ਸਾਧ ਸੰਗਤ ਜੇ ਆਗੂ ਢਿੱਲਾ ਹੋਵੇ ਤਾਂ ਜਿਹੜੇ ਮਗਰ ਸੇਵਕ ਨੇ ਉਹ ਆਪਣੇ ਆਪ ਹੀ ਢਿੱਲੇ ਹੋ ਜਾਂਦੇ ਨੇ। ਇਸ ਲਈ ਸਤਿਗੁਰੂ ਜੀ ਨੇ ਨੇਮ ਆਪਣੇ ਜੀਵਨ ਵਿੱਚ ਨਿਭਾਇਆ ਹੈ। ਜਦੋਂ ਕਿ ਗੁਰੂ ਤਾਂ ਨਾਮ ਰੂਪ ਹੈ, ਨਾਮ ਜਪਣ ਨਹੀਂ ਆਏ। ਉਹਨਾਂ ਦਾ ਜੀਵਨ ਜਿਹੜਾ ਹੈ ਸਾਡੇ ਵਾਸਤੇ ਪੂਰਨੇ ਪਾਏ ਨੇ। ਉਹਨਾਂ ਨੇ ਸੰਸਾਰ ਵਿੱਚ ਉਹਨਾਂ ਦੇ ਆਉਣ ਦਾ ਮਕਸਦ ਕੀ ਸੀ? ਧਰਮ ਦਾ ਵਿਸਥਾਰ ਕਰਨਾ, ਆਪਣੇ ਸਿੱਖਾਂ ਨੂੰ ਪ੍ਰੈਕਟੀਕਲ ਅਭਿਆਸੀ ਜੀਵਨ ਦੇਣਾ। ਇਸ ਲਈ ਸੱਚੇ ਪਾਤਸ਼ਾਹ ਜੀ ਤਿਵੇਂ ਤਿਵੇਂ ਹੀ ਨੇਮ ਨਿਭਾਉਂਦੇ ਨੇ। ਨਹੀਂ ਤੇ ਜਿਹੜੇ ਬ੍ਰਹਮ ਵਿੱਚ ਲੀਨ ਹੋ ਜਾਂਦੇ ਨੇ ਨਾ, ਭਗਤ ਰਵਿਦਾਸ ਜੀ ਕਹਿੰਦੇ ਫਲ ਕਾਰਨ ਫੂਲੀ ਬਣ ਰਾਏ, ਫਲ ਲਾਗਾ ਤਾਂ ਫੂਲ ਬਿਨਾਏ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ।
ਦਰਖਤ ਨੂੰ ਫੁੱਲ ਲੱਗਦੇ ਨੇ ਨਾ, ਤੇ ਫੁੱਲ ਮੁੜ ਕੇ ਫਲ ਦੇ ਵਿੱਚ ਕਨਵਰਟ ਹੋ ਜਾਂਦੇ ਨੇ, ਤਬਦੀਲ ਹੋ ਜਾਂਦੇ ਨੇ, ਤੇ ਜਦੋਂ ਫਲ ਬਣ ਜਾਂਦਾ ਹੈ ਫੁੱਲ ਨਹੀਂ ਰਹਿੰਦਾ। ਇਵੇਂ ਜਿਹੜੇ ਕਰਮ ਨੇ ਉਹਨਾਂ ਦਾ ਅਭਿਆਸ ਕੀਤਾ ਜਾਂਦਾ ਹੈ ਗਿਆਨ ਦੀ ਪ੍ਰਾਪਤੀ ਲਈ, ਤੇ ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਾਂ ਕਰਮ ਆਪਣੇ ਆਪ ਨਾਸ ਹੋ ਜਾਂਦੇ ਨੇ। ਪਰ ਇਸੇ ਲਈ ਸਿੱਖ ਨੂੰ ਵੀ ਹੁਕਮ ਹੈ ਕਿ ਉਹਨੇ ਆਪ ਵੀ ਨਾਮ ਜਪਣਾ ਹੈ, ਸੰਗਤ ਨੂੰ ਵੀ ਜਪਾਉਣਾ ਹੈ। ਸਿੱਖ ਵੀ ਭਾਵੇਂ ਬ੍ਰਹਮ ਗਿਆਨੀ ਅਵਸਥਾ ਦਾ ਮਾਲਕ ਵੀ ਕਿਉਂ ਨਾ ਹੋ ਜਾਵੇ, ਸਿੱਖ ਵੀ ਕਦੀ ਆਪਣਾ ਨੇਮ, ਅੰਮ੍ਰਿਤ ਵੇਲਾ, ਬੰਦਗੀ, ਸਿਮਰਨ ਇਹਦਾ ਤਿਆਗ ਨਹੀਂ ਕਰੇਗਾ, ਕਿਉਂਕਿ ਪਹਿਲਾਂ ਜ਼ਿੰਮੇਵਾਰੀ ਹੈ ਆਪ ਲੀਨ ਹੋਣਾ, ਤੇ ਫਿਰ ਮਗਰ ਜ਼ਿੰਮੇਵਾਰੀ ਹੈ ਆਪ ਜਪੈ ਅਵਰੈ ਨਾਮ ਜਪਾਵੇ। ਤੇ ਜੇ ਅਸੀਂ ਆਪ ਹੀ ਨੇਮ ਵਿੱਚ ਢਿੱਲੇ ਹੋ ਜਾਵਾਂਗੇ ਫਿਰ ਦੂਸਰੇ ਨੂੰ ਪ੍ਰੇਰਨਾ ਦੇਣ ਦਾ ਕੋਈ ਲਾਭ ਨਹੀਂ ਰਹਿ ਜਾਂਦਾ। ਇਸ ਲਈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਆਪਣੇ ਜੀਵਨ ਕਾਲ ਵਿੱਚ ਇਸੇ ਪ੍ਰਕਾਰ ਹੀ ਨੇਮ ਨਿਭਾ ਰਹੇ ਹਨ। ਉਠਹਿ ਕਿਰਿਆ ਨਿਤ ਕੀ ਕਰ ਸਾਰੀ, ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਾਰੀ ਕਿਰਿਆ ਕਰਦੇ ਹਨ। ਕਰੇ ਸੋਚ ਸੰਗ ਮ੍ਰਿਤਕਾ ਬਾਰੀ, ਜੋ ਕਿ ਸੌਚ ਇਸ਼ਨਾਨ ਕਰਦੇ ਨੇ, ਬੌਲੀ ਦੇ ਜਲ ਨਾਲ ਇਸ਼ਨਾਨ ਕਰਦੇ ਹਨ। ਪੁਨ ਮੱਝਹਿ ਪਹਿਰੇ ਪਟ ਨਿਰਮਲ, ਇਸ਼ਨਾਨ ਕਰਕੇ ਨਿਰਮਲ ਜਿਹੜੇ ਵਸਤਰ ਨੇ ਉਹ ਸਰੀਰ ਤੇ ਧਾਰਨ ਕਰ ਲੈਂਦੇ ਹਨ। ਬੈਠੇ ਸਤਿਗੁਰ ਹੋਏ ਇਕਾਂਤ ਥਲ, ਤੇ ਇਕਾਂਤ ਸਥਾਨ ਤੇ ਸਤਿਗੁਰੂ ਜੀ ਬਿਰਾਜਮਾਨ ਹੋ ਜਾਂਦੇ ਹਨ। ਬ੍ਰਿਤ ਟਕਾਏ ਨਿਜ ਰੂਪ ਮਝਾਰੀ, ਆਪਣੇ ਨਿਜ ਸਰੂਪ ਸਵੈ ਸਰੂਪ ਦੇ ਵਿੱਚ ਬਿਰਤੀ ਟਿਕਾ ਲੈਂਦੇ ਹਨ। ਲੇਹ ਆਨੰਦ ਤਿਸ ਕੋ ਹਿਤਕਾਰੀ, ਤਾਂ ਇਸ ਪ੍ਰਕਾਰ ਆਪਣੇ ਹਿਰਦੇ ਦੇ ਵਿੱਚੋਂ ਨਾਮ ਰਸ ਲੈ ਕੇ ਆਨੰਦ ਪ੍ਰਾਪਤ ਕਰਦੇ ਹਨ। ਭੋਰ ਹੋਤ ਲਉ ਬ੍ਰਿਤੀ ਟਿਕਾਵੇਂ, ਦਿਨ ਚੜ੍ਹਨ ਤੱਕ ਅੰਮ੍ਰਿਤ ਵੇਲੇ ਸਤਿਗੁਰੂ ਜੀ ਇੱਕ ਟਕ ਬਿਰਤੀ ਟਿਕਾ ਕੇ ਨਾਮ ਅਭਿਆਸ ਵਿੱਚ ਬੈਠਦੇ ਹਨ। ਆਵ ਚਲ ਆਨੰਦ ਰੂਪ ਹੋਏ ਜਾਵੇਂ, ਇਸ ਤਰ੍ਹਾਂ ਆਪਣੇ ਅੰਦਰੋਂ ਹੀ ਨਾਮ ਰਸ ਪ੍ਰਾਪਤ ਕਰਕੇ ਆਨੰਦ ਸਵਰੂਪ ਬਣ ਜਾਂਦੇ ਹਨ। ਦਿਵਸ ਚੜ੍ਹੇ ਸਿੱਖ ਹੋਏ ਸਮੁਦਾਏ, ਜਿਵੇਂ ਦਿਨ ਚੜ੍ਹਦਾ ਹੈ, ਜਿਵੇਂ ਫਲ ਦੇ ਵਿੱਚ ਸਾਧ ਸੰਗਤ ਰਸ ਬਣਦਾ ਏ, ਜਿਵੇਂ ਫੁੱਲਾਂ ਵਿੱਚ ਖੁਸ਼ਬੂ ਬਣਦੀ ਹੈ ਤੇ ਭੌਰੇ ਆਣ ਇਕੱਠੇ ਹੁੰਦੇ ਨੇ, ਇਵੇਂ ਫਿਰ ਰਸ ਮਕਰੰਦ ਲੈਣ ਵਾਲੇ ਗੁਰਸਿੱਖ ਭੌਰੇ ਸਤਿਗੁਰੂ ਦੇ ਇਰਦ ਗਿਰਦ ਆਣ ਬੈਠਦੇ ਹਨ। ਦਰਸਹਿ ਸੇਮ ਹੈ ਸੁਖ ਕੋ ਪਾਏ, ਇਸੇ ਪ੍ਰਕਾਰ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਸੇਵਾ ਕਰਕੇ ਪਰਮ ਆਨੰਦ ਪ੍ਰਾਪਤ ਕਰਦੇ ਹਨ। ਸ਼ਬਦ ਰਬਾਬੀ ਗਾਵਣ ਕਰੈ, ਰਬਾਬੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਆਸਾ ਕੀ ਵਾਰ ਗਾਇਨ ਕਰਦੇ ਹਨ। ਸੰਗਤ ਸਹਿਤ ਸੁਨਹਿ ਮੁਦ ਧਰੈ, ਸਤਿਗੁਰੂ ਜੀ ਵੀ ਪ੍ਰੇਮ ਧਾਰ ਕੇ ਅੰਮ੍ਰਿਤ ਬਾਣੀ ਦਾ ਕੀਰਤਨ ਸੰਗਤ ਸਹਿਤ ਸੁਣਦੇ ਹਨ। ਚਿਰੰਕਾਰ ਲਗ ਠਾਡੇ ਰਹੈ, ਬੜਾ ਲੰਮਾ ਸਮਾਂ ਸਤਿਗੁਰੂ ਜੀ ਖੜੇ ਰਹਿੰਦੇ ਹਨ। ਕਿਲ ਕਪੀਤ ਮਹਿ ਕਰ ਸੋਗ ਹੈ, ਜੋ ਕਿ ਇੱਕ ਕਿੱਲੀ ਕੰਧ ਵਿੱਚ ਬੁਰਜੀ ਵਿੱਚ ਲੱਗੀ ਹੈ, ਉਸ ਕਿੱਲੀ ਨੂੰ ਹੱਥ ਪਾ ਕੇ ਸਤਿਗੁਰੂ ਕਾਫੀ ਲੰਮਾ ਸਮਾਂ ਖੜ ਕੇ ਕੀਰਤਨ ਸੁਣਦੇ ਹਨ। ਮਹਾ ਬਿਰਧ ਜੀਰਨ ਤਨ ਹੋਏ, ਜੋ ਸਰੀਰ ਹੈ ਪੁਰਾਣਾ ਹੋ ਗਿਆ ਹੈ, ਮਹਾਂ ਬਿਰਧ ਹੋ ਚੁੱਕਿਆ ਹੈ, ਤਪ ਕੋ ਤਪ ਹੈ ਪਿਖਹਿ ਸਭ ਕੋਏ, ਪਰ ਸਤਿਗੁਰੂ ਜੀ ਉਸੇ ਪ੍ਰਕਾਰ ਹੀ ਸੰਗਤ ਵੇਖਦੀ ਹੈ ਕਿ ਤਪ ਸਾਧਨਾ ਉਸੇ ਪ੍ਰਕਾਰ ਹੀ ਜਾਰੀ ਹੈ। ਦੇਖ ਸੋ ਤਿਆਰ ਹੋਏ ਹੈ ਜਬ, ਜਦੋਂ ਫਿਰ ਦਿਨ ਦੇ ਸਮੇਂ ਦੇਗ ਗੁਰੂ ਕਾ ਪ੍ਰਸ਼ਾਦ ਤਿਆਰ ਹੋ ਜਾਂਦਾ ਹੈ, ਸੰਗਤ ਸਹਿਤ ਅਚਹਿ ਗੁਰ ਤਬ, ਤਾਂ ਸਤਿਗੁਰੂ ਜੀ ਸੰਗਤ ਸਮੇਤ ਮਿਲ ਕੇ ਸਾਰੇ ਛਕਦੇ ਹਨ। ਇੱਕ ਦਿਨ ਜਾਗੇ ਪ੍ਰਭ ਕਿਰਪਾਲ, ਇੱਕ ਦਿਨ ਪ੍ਰਭੂ ਕਿਰਪਾਲੂ ਜੀ ਅੰਮ੍ਰਿਤ ਵੇਲੇ ਜਾਗਦੇ ਹਨ। ਕਰੀ ਸੋਚ ਮੱਝੇ ਤਿਸ ਕਾਲ, ਤਾਂ ਉਸ ਉਪਰੰਤ ਸਤਿਗੁਰੂ ਜੀ ਨੇ ਸੌਚ ਇਸ਼ਨਾਨ ਕੀਤਾ ਹੈ। ਹਿਤ ਦਰਸ਼ਨ ਕੋਏ ਤਨ ਜਾ ਭਾਨੀ, ਦਰਸ਼ਨ ਕਰਨ ਵਾਸਤੇ ਆਪ ਜੀ ਦੀ ਪਿਆਰੀ ਪੁੱਤਰੀ ਭਾਨੀ ਜੀ ਆਉਂਦੇ ਹਨ। ਪਹੁੰਚੀ ਨਿਕਟ ਭਗਤ ਜਿਹੇ ਭਾਨੀ, ਭਗਤੀ ਭਾਵਨਾ ਦੇ ਨਾਲ ਸਤਿਗੁਰੂ ਦੇ ਨੇੜੇ ਆਈ ਹੈ। ਤਬ ਚੌਂਕੀ ਪਰ ਸਤਿਗੁਰ ਚੜੇ, ਸਤਿਗੁਰੂ ਜੀ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਤੋਂ ਬਾਅਦ ਇੱਕ ਚੌਂਕੀ ਉੱਪਰ ਬਿਰਾਜਮਾਨ ਹੋ ਜਾਂਦੇ ਹਨ। ਧਿਆਨ ਧਰਨ ਹਿਤ ਬੈਠਨ ਕਰੇ, ਰੋਜ਼ ਦੇ ਨੇਮ ਅਨੁਸਾਰ ਆਪਣੇ ਅੰਦਰ ਧਿਆਨ ਧਾਰਨ ਵਾਸਤੇ ਬੈਠ ਜਾਂਦੇ ਹਨ। ਗਾਉਨ ਬਲੋਚਨ ਮੁਦਰਤ ਕਰਕੇ, ਆਪਣੇ ਨੇਤਰ ਦੋਨੇ ਜਿਹੜੇ ਨੇ ਉਹ ਬੰਦ ਕਰ ਲੈਂਦੇ ਹਨ। ਅੰਤਰਮੁਖੀ ਬ੍ਰਿਤ ਕੋ ਧਰ ਕੇ, ਬਿਰਤੀ ਆਪਣੇ ਅੰਦਰ ਹਿਰਦੇ ਵਿੱਚ ਧਾਰਨ ਕਰ ਲਈ ਹੈ। ਹੋਏ ਅਡੋ ਤਬ ਲਾਏ ਸੋ ਧਿਆਨ, ਅਡੋਲ ਸਮਾਧੀ ਧਿਆਨ ਲਾ ਕੇ ਬੈਠ ਗਏ ਹਨ। ਸ਼ੰਭ ਸਮਾਨ ਗੁਰੂ ਭਗਵਾਨ, ਗੁਰੂ ਭਗਵਾਨ ਦੀ ਬਿਰਤੀ ਕਿਹਦੇ ਸਮਾਨ ਹੈ? ਕਹਿੰਦੇ ਸ਼ਿਵ ਜੀ ਦੇ ਸਮਾਨ ਹੈ। ਕਿਤੇ ਐ ਨਾ ਕਹਿ ਦਿਓ ਵੀ ਸੂਰਜ ਪ੍ਰਕਾਸ਼ ਵਿੱਚ ਲਿਖਿਆ ਤੇ ਬ੍ਰਾਹਮਣਵਾਦੀ ਰੀਤ ਹੈ। ਅੱਜ ਇਹ ਵੀ ਇੱਕ ਰਿਵਾਜ ਚੱਲ ਪਿਆ ਸਾਡੇ ਵਿੱਚ। ਬਾਣੀ ਦੇ ਵਿੱਚੋਂ ਪੜੋ ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਹਨੇ ਜੋ ਗਾਵੇ।
ਰੁਦਰ ਕਿਹਾ ਗਿਆ ਸ਼ਿਵ ਜੀ ਨੂੰ। ਬਾਣੀ ਵੀ ਕਹਿ ਰਹੀ ਹੈ ਸਤਿਗੁਰੂ ਅਮਰਦਾਸ ਤੂੰ ਅਡੋਲ ਸਮਾਧੀ ਵਾਲਾ ਹੈ, ਤੇਰਾ ਧਿਆਨ ਸ਼ਿਵ ਜੀ ਦੇ ਧਿਆਨ ਵਾਂਗ ਪਰਪੱਕ ਹੈ। ਹੋਤੋ ਹੀਨ ਚੌਂਕੀ ਇਕ ਪਾਵਾ, ਇਸੇ ਪ੍ਰਕਾਰ ਜਿਹੜੀ ਚੌਂਕੀ ਸੀ ਉਹਦਾ ਇੱਕ ਪਾਵਾ ਜਿਹੜਾ ਸੀ ਉਹ ਛੋਟਾ ਸੀ, ਚੌਂਕੀ ਪਾਵੇ ਤੋਂ ਵੀ ਹੋਣੀ ਹੈ। ਪਿਖ ਭਾਨੀ ਮਨ ਇਮ ਠਹਿਰਾਵਾ, ਤਾਂ ਬੀਬੀ ਭਾਨੀ ਨੇ ਜਦੋਂ ਇਸ ਪ੍ਰਕਾਰ ਦੇਖਣਾ ਕੀਤਾ ਹੈ, ਹਾਲ ਹੈ ਪਿਤਾ ਇਤਹੁ ਜਬ ਹੋਏ, ਸੋਚਦੀ ਹੈ ਕਿ ਜਦੋਂ ਪਿਤਾ ਜੀ ਕਿਤੇ ਥੋੜਾ ਜਿਹਾ ਇਸ ਪਾਸੇ ਨੂੰ ਹੋ ਜਾਣਗੇ, ਚੌਂਕੀ ਡੋਲ ਜਾਏ ਥਿਤ ਜੋਏ, ਚੌਂਕੀ ਜਿਹੜੀ ਆਪਣੇ ਸਥਾਨ ਤੋਂ ਡੋਲ ਜਾਵੇਗੀ, ਛੁਟ ਹੈ ਸਮਾਦ ਆਰਾਧ ਅਗਾਧ, ਜਿਹੜੀ ਅਗਾਧ ਸਮਾਧੀ ਲੱਗੀ ਹੈ ਉਹ ਟੁੱਟ ਜਾਵੇਗੀ। ਜਿਸ ਹਿਤ ਜੋਗੀ ਯਤਨ ਸੋ ਸਾਧੂ, ਜਿਸ ਬਿਰਤੀ ਨੂੰ ਪ੍ਰਾਪਤ ਕਰਨ ਵਾਸਤੇ ਜੋਗੀ ਕਈ ਸਾਲ ਲਾ ਦਿੰਦੇ ਹਨ, ਪਰਹਿ ਵਖੇਪ ਧਿਆਨ ਕੇ ਮਾਹੀ, ਤੇ ਸਤਿਗੁਰੂ ਜੇ ਧਿਆਨ ਵਿੱਚ ਵਿਘਨ ਪੈ ਜਾਵੇਗਾ, ਬਿਰਤ ਅਡੋਲ ਟਿਕਹਿ ਤਬ ਨਾਹੀ, ਕਿਉਂਕਿ ਜਦੋਂ ਇੱਕ ਵਾਰ ਲਿਵ ਟੁੱਟ ਜਾਵੇ ਦੁਬਾਰਾ ਉਹਨੂੰ ਸਥਿਰ ਕਰਨਾ ਬੜਾ ਔਖਾ ਹੋ ਜਾਂਦਾ ਹੈ। ਅਪਰਵਸਤ ਹੈ ਪਾਏ ਨਾ ਕੋਈ, ਇਸ ਪ੍ਰਕਾਰ ਉਹਨੇ ਕੋਈ ਚੀਜ਼ ਦੇਖਿਆ ਨੇੜੇ ਨਜ਼ਰ ਨਹੀਂ ਆਈ ਹੈ, ਪਾਵੇ ਤਰੇ ਧਰੇ ਹਿਤ ਜੋਈ, ਜੋ ਕਿ ਪਾਵੇ ਥੱਲੇ ਟਿਕਾ ਦਿੰਦੀ, ਜਿਸ ਨਾਲ ਚੌਂਕੀ ਨੂੰ ਸਥਿਰ ਕੀਤਾ ਜਾ ਸਕਦਾ ਹੈ। ਚੌਂ ਦਿਸ ਦ੍ਰਿਗਨ ਚਲਾਏ ਨਿਹਰ, ਚਾਰੋਂ ਤਰਫ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ, ਨਹਿ ਸਮੀਪ ਜੋ ਦੇ ਆਧਾਰ, ਕੋਈ ਵੀ ਚੀਜ਼ ਆਧਾਰ ਵਾਸਤੇ ਨਹੀਂ ਮਿਲੀ ਹੈ। ਉਤਲਾਵਤ ਨੇ ਦੀਨ ਸੁਹਾਥ, ਤਾਂ ਇਸੇ ਪ੍ਰਕਾਰ ਛੇਤੀ ਨਾਲ ਬੀਬੀ ਭਾਨੀ ਜੀ ਨੇ ਆਪਣਾ ਹੱਥ ਪਾਵੇ ਥੱਲੇ ਕਰ ਦਿੱਤਾ ਹੈ, ਨਹਿ ਡੋਲੇ ਚੌਂਕੀ ਤੇ ਸਾਥ, ਇਸ ਲਈ ਕਿ ਹੁਣ ਚੌਂਕੀ ਜਿਹੜੀ ਹੈ ਉਹ ਡੋਲੇਗੀ ਨਹੀਂ। ਚਾਹੋਂ ਪਾਵੇ ਪਰ ਇੱਕ ਸਮ ਭਾਰ, ਜਿਉਂ ਪਾਵਿਆਂ ਤੇ ਹੁਣ ਭਾਰ ਜਿਹੜਾ ਹੈ ਇੱਕ ਸਮ ਬਰਾਬਰ ਹੋ ਗਿਆ ਹੈ। ਹੋਤ ਭਇਓ ਸਭ ਲੀਨ ਸੁਹਾਰ, ਇਸ ਪ੍ਰਕਾਰ ਦਿਨ ਚੜ੍ਹਦੇ ਤੱਕ ਇਸੇ ਪ੍ਰਕਾਰ ਹੀ ਰਹੇ ਹਨ। ਬਨ ਇਸਤਰੀ ਕਰ ਕੋਮਲ ਕਰ ਹੈ, ਹੁਣ ਇਸਤਰੀ ਹੈ ਜੋ ਸਰੀਰ ਉਹਨਾਂ ਦਾ ਕੋਮਲ ਹੈ, ਭਇਓ ਭਾਰ ਤੇ ਪੀੜਤ ਤਰ ਹੈ, ਭਾਰ ਪੈਣ ਕਰਕੇ ਉਹਨਾਂ ਦੇ ਹੱਥ ਵਿੱਚ ਦਰਦ ਆਰੰਭ ਹੋਈ ਹੈ। ਕਉ ਨਾ ਕਰਿਓ ਡੁਲਾ ਮਨ ਕਰ ਕੋ, ਪਰ ਬੀਬੀ ਭਾਨੀ ਨੇ ਆਪਣਾ ਮਨ ਡੁਲਾਇਆ ਨਹੀਂ ਹੈ, ਬੈਠੀ ਰਹੀ ਧੀਰ ਧਾਰ ਉਰ ਕੋ, ਧੀਰਜ ਧਾਰਨ ਕਰਕੇ ਉਸੇ ਪ੍ਰਕਾਰ ਹੀ ਬੈਠੀ ਰਹੀ ਹੈ। ਪਾਵਾ ਰਹਿਓ ਹਥੇਲੀ ਗੜ ਕੇ, ਪਾਵਾ ਹਥੇਲੀ ਦੇ ਵਿੱਚ ਗੱਡਿਆ ਗਿਆ ਹੈ, ਨਹੀਂ ਨਿਕਾਲ ਸਤ ਤੇ ਥਲ ਛੱਡ ਕੇ, ਤਾਂ ਥਾਂ ਛੱਡ ਕੇ ਬੀਬੀ ਭਾਨੀ ਨੇ ਹੱਥ ਪਿੱਛੇ ਨਹੀਂ ਕੀਤਾ ਹੈ। ਪੁਰਖਨ ਕੋ ਦੁਸ਼ਕਰ ਬਹੁ ਜੋਈ, ਜਿਹੜਾ ਕਰਮ ਕਵੀ ਜੀ ਕਹਿੰਦੇ ਪੁਰਸ਼ਾਂ ਵਾਸਤੇ ਵੀ ਬੜਾ ਕਠਿਨ ਹੈ। ਭਗਤ ਪਿਤਾ ਕੀ ਹਿਤ ਕੀਆ ਸੋਈ, ਗੁਰੂ ਪਿਤਾ ਦੀ ਭਗਤੀ ਦੇ ਪ੍ਰੇਮ ਵਿੱਚ ਉਹ ਬੀਬੀ ਭਾਨੀ ਨਿਭਾ ਰਹੇ ਹਨ। ਪ੍ਰਾਤਹ ਹੋਣ ਲੱਗੀ ਨਾਹਿ ਨਹਾਲੀ, ਇਸੇ ਪ੍ਰਕਾਰ ਜਦੋਂ ਤੱਕ ਦਿਨ ਚੜ੍ਹਨ ਲੱਗਿਆ ਹੈ, ਮਨ ਹੋ ਮੂਰਤੀ ਚਿਤਰ ਨਿਕਾਲੀ, ਤਾਂ ਮੂਰਤੀ ਬਣ ਕੇ ਬੀਬੀ ਭਾਨੀ ਜੀ ਇਸੇ ਪ੍ਰਕਾਰ ਹੀ ਆਪਣੀ ਸੇਵਾ ਵਿੱਚ ਮਗਨ ਰਹੇ ਹਨ। ਪੂਜਾ ਸੂਨ ਕੰਦੇ ਲਗ ਪਈ, ਬਾਂਹ ਜਿਹੜੀ ਸੀ ਉਹ ਪੀੜ ਦੇ ਨਾਲ ਮੋਢੇ ਤੱਕ ਭਰ ਗਈ ਹੈ, ਉਤਰਿਓ ਰੁਦਰ ਲਾਲ ਹੋਏ ਗਈ, ਖੂਨ ਖੜ ਗਿਆ ਹੈ ਤੇ ਬਾਂਹ ਦਾ ਰੰਗ ਜਿਹੜਾ ਹੈ ਲਾਲ ਹੋ ਜਾਂਦਾ ਹੈ। ਧਿਆਨ ਹਟਾਵਨ ਸਮ ਭਇਓ ਜਬ, ਜਦੋਂ ਸਤਿਗੁਰੂ ਜੀ ਦਾ ਧਿਆਨ ਹਟਾਉਣ ਦਾ ਸਮਾਂ ਆਇਆ ਹੈ, ਕਮਲ ਬਲੋਚਨ ਬਿਗਸਤ ਭੇ ਤਬ, ਸਤਿਗੁਰਾਂ ਨੇ ਆਪਣੇ ਕਮਲ ਵਰਗੇ ਸੁੰਦਰ ਨੈਣ ਖੋਲੇ ਹਨ। ਬੈਠੀ ਸੁਤਾ ਸਮੀਪ ਨਿਹਾਰੀ, ਦੇਖਿਆ ਹੈ ਕਿ ਪੁੱਤਰੀ ਆਪਣੇ ਨੇੜੇ ਬੈਠੀ ਹੈ, ਬਹੁਰੋ ਦ੍ਰਿਸ਼ਟ ਪੂਜਾ ਪਰ ਡਾਰੀ, ਤਾਂ ਸਤਿਗੁਰੂ ਦੀ ਦ੍ਰਿਸ਼ਟੀ ਬਾਂਹ ਪਰ ਗਈ ਹੈ, ਥੂਲ ਨਸ਼ਾ ਛ੍ਰੋਣਤ ਭਰ ਰਹਿਓ, ਨਾੜਾਂ ਫੁੱਲ ਗਈਆਂ ਹਨ ਜੋ ਖੂਨ ਨਾਲ ਭਰੀਆਂ ਹੋਈਆਂ ਹਨ। ਸ੍ਰੀ ਸਤਿਗੁਰ ਬੂਝਣ ਹਿਤ ਕਹਿਓ, ਸਤਿਗੁਰੂ ਜੀ ਨੇ ਜਾਣਨ ਵਾਸਤੇ ਆਖਿਆ ਹੈ, ਇਹ ਕਿਆ ਕੀਨ ਰਹੀ ਕਿਉਂ ਬੈਸੀ, ਇਹ ਕੀ ਕਰ ਰਹੀ ਹੈ, ਕਿਉਂ ਇੱਥੇ ਬੈਠੀ ਹੋਈ ਹੈ। ਪੂਜਾ ਪਰ ਪੀੜ ਨ ਦੇਖਤ ਐਸੀ, ਇਸ ਪ੍ਰਕਾਰ ਬਾਂਹ ਸਾਰੀ ਪੀੜ ਨਾਲ ਭਰੀ ਹੋਈ ਹੈ। ਸੁਣ ਬੋਲੀ ਬੜ ਭਾਗਾ ਭਾਨੀ, ਵੱਡੇ ਭਾਗਾਂ ਵਾਲੀ ਭਾਨੀ ਸੁਣ ਕੇ ਆਖਦੀ ਹੈ, ਪਿਤਾ ਜੀ ਪਾਵਹੀਂ ਨ ਪਛਾਨੀ, ਪਿਤਾ ਜੀ ਮੈਂ ਚੌਂਕੀ ਨੂੰ ਪਾਵੇ ਤੋਂ ਵਿਹੂਣੀ ਜਾਣਿਆ ਹੈ, ਨਿਕਟ ਬਲੋਕਨ ਕਛੂ ਨ ਕੀਨ, ਮੈਨੂੰ ਨੇੜੇ ਕੁਝ ਦਿਸਿਆ ਨਹੀਂ ਹੈ, ਜਾਂ ਤੇ ਹਾਥ ਕਰੇ ਮੈਂ ਦੀਨ, ਇਸ ਲਈ ਮੈਂ ਆਪਣਾ ਹੱਥ ਹੀ ਥੱਲੇ ਦੇ ਦਿੱਤਾ ਹੈ। ਡੋਲੇ ਤੇ ਸਮਾਧ ਛੁੱਟ ਜਾਏ, ਮੇਰੀ ਭਾਵਨਾ ਸੀ ਕਿ
ਚੌਂਕੀ ਡੋਲਣ ਨਾਲ ਤੁਹਾਡੀ ਸਮਾਧ ਖੁੱਲ ਸਕਦੀ ਹੈ। ਰਾਖੀ ਜਾਂ ਤੇ ਸਿਥਿ ਟਟਕਾਏ, ਇਹਨੂੰ ਸਥਿਰ ਟਿਕਾਉਣ ਵਾਸਤੇ ਮੈਂ ਆਪਣਾ ਹੱਥ ਪਾਵੇ ਥੱਲੇ ਦਿੱਤਾ ਹੈ। ਤਬ ਸ੍ਰੀ ਸਤਿਗੁਰ ਤਰੇ ਉਤਰ ਕੈ, ਤਾਂ ਸਤਿਗੁਰੂ ਜੀ ਚੌਂਕੀ ਤੋਂ ਥੱਲੇ ਉਤਰ ਆਉਂਦੇ ਹਨ। ਹਾਥ ਨਕਾਸ ਪ੍ਰੇਮ ਨ ਹਰ ਕੇ, ਪ੍ਰੇਮ ਦੇ ਨਾਲ ਵੇਖ ਕੇ ਬੀਬੀ ਭਾਨੀ ਦਾ ਹੱਥ ਪਾਵੇ ਹੇਠੋਂ ਕੱਢਿਆ ਹੈ। ਗਰਤ ਹਥੇਲੀ ਬਿਖੇ ਨਿਹਾਰ, ਵੇਖਿਆ ਕਿ ਹਥੇਲੀ ਦੇ ਵਿੱਚ ਪਾਵਾ ਖੁੱਭਣ ਕਰਕੇ ਟੋਆ ਪੈ ਗਿਆ ਹੈ। ਕਹਿਓ ਖੇਤ ਬੀਬੀ ਕਿਮ ਧਾਰ, ਕਹਿਣ ਲੱਗੇ ਕਿ ਬੀਬਾ ਤੂੰ ਇਹ ਬਹੁਤ ਦੁੱਖ ਸਾਡੇ ਵਾਸਤੇ ਸਹਾਰਨਾ ਕੀਤਾ ਹੈ। ਪਿਤਾ ਜੀ ਹਮਰੀ ਮਤ ਅਣਜਾਨੀ, ਕਹਿਣ ਲੱਗੇ ਪਿਤਾ ਜੀ ਮੈਂ ਬਹੁਤ ਅਣਜਾਣ ਛੋਟੀ ਮੱਤ ਵਾਲੀ ਹਾਂ। ਹੋਏ ਨ ਸਕੇ ਸੇਵਾ ਗੁਣ ਖਾਨੀ, ਮੇਰੇ ਤੋਂ ਆਪ ਜੀ ਗੁਣਾਂ ਦੀ ਖਾਨ ਉਹ ਤੁਹਾਡੀ ਸੇਵਾ ਨਹੀਂ ਹੋ ਪਾਉਂਦੀ ਹੈ। ਨਿਸ ਬਾਸੁਰ ਮਹਿ ਰਹਿਤ ਬਿਸੂਰਤ, ਮੈਂ ਦਿਨ ਰਾਤ ਹੀ ਝੂਰਦੀ ਰਹਿੰਦੀ ਹਾਂ। ਆਹੋ ਆਪ ਪਰਮੇਸ਼ਰ ਮੂਰਤ, ਸੱਚੇ ਪਾਤਸ਼ਾਹ ਜੀ ਆਪ ਨਿਰੰਕਾਰ ਦੀ ਸਾਖਸ਼ਾਤ ਮੂਰਤ ਹੋ। ਸਫਲ ਨੇਤਰ ਜੇ ਦਰਸ਼ਨ ਕਰੇ, ਜਿਹੜੇ ਨੇਤਰ ਆਪ ਜੀ ਦੇ ਦਰਸ਼ਨ ਕਰਦੇ ਨੇ ਉਹ ਸਫਲ ਹੋ ਜਾਂਦੇ ਹਨ। ਹਾਥ ਸਭ ਟਹਿਲ ਜੋ ਅਨਸਰੇ, ਜਿਹੜੇ ਚਰਨ ਆਪ ਜੀ ਦੇ ਦਰ ਤੇ ਆਉਂਦੇ ਨੇ ਉਹ ਵੀ ਸਫਲ ਹੋ ਜਾਂਦੇ ਹਨ। ਹਿਰਦਾ ਸਫਲ ਜਮਹਿ ਤੁਮ ਬਾਸੋ, ਉਹ ਹਿਰਦਾ ਜਿਸ ਵਿੱਚ ਤੁਸੀਂ ਨਿਵਾਸ ਕਰਦੇ ਹੋ ਉਹ ਸਫਲ ਹੋ ਜਾਂਦਾ ਹੈ। ਚਰਨ ਸਫਲ ਤੁਮ ਹਿਤ ਚਲ ਜਾਸੋ, ਉਹ ਚਰਨ ਉਹ ਪੈਰ ਸਫਲ ਹੋ ਜਾਂਦੇ ਨੇ ਜਿਹੜੇ ਪੈਰ ਤੁਹਾਡੇ ਰਾਹ ਤੇ ਤੁਰਦੇ ਨੇ। ਭੱਟ ਸਾਹਿਬ ਵੀ ਲਿਖਦੇ ਨੇ ਚਰਨ ਤਾਂ ਪਰ ਸਕਿਆਥ, ਚਰਨ ਗੁਰ ਅਮਰ ਪਵਲ ਰਾਏ। ਹੱਥ ਤਾਂ ਪਰ ਸਕਿਆਥ, ਹੱਥ ਲੱਗਾ ਹੈ ਗੁਰ ਅਮਰ ਪੈ। ਜੀ ਹੀ ਤਾਂ ਪਰ ਸਕਿਆਥ, ਜੀ ਗੁਰ ਅਮਰ ਪਣਿਜੈ। ਨੈਣ ਤਾਂ ਪਰ ਸਕਿਆਥ, ਨੈਣ ਗੁਰ ਅਮਰ ਪਖਿਜੈ। ਸ਼ਰਵਣ ਤਾਂ ਪਰ ਸਕਿਆਥ, ਸ਼ਰਵਣ ਗੁਰ ਅਮਰ ਸੁਣਿਜੈ। ਸਕਿਆਥ ਸੋ ਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ ਨਿਤ। ਉਹ ਸਿਰ ਧੰਤਾ ਦੇ ਯੋਗ ਹੈ ਜਿਹੜਾ ਸਤਿਗੁਰਾਂ ਦੇ ਚਰਨਾਂ ਵਿੱਚ ਝੁਕ ਜਾਂਦਾ ਹੈ। ਸਗਲ ਸਰੀਰ ਸਫਲ ਬੜ ਭਾਗੇ, ਸਾਰੇ ਸਰੀਰ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਜੋ ਰਾਵਰ ਕੀ ਸੇਵਾ ਲਾਗੇ। ਜੋ ਆਪ ਜੀ ਦੀ ਸੇਵਾ ਵਿੱਚ ਲੱਗਦੇ ਹਨ। ਸੁਣ ਤਨ ਜਾ ਕੇ ਬਚਨ ਸੁਹਾਏ, ਪੁੱਤਰੀ ਦੇ ਬਚਨ ਸੋਹਣੇ ਸੋਭਨੀਕ ਸੁਣੇ ਹਨ। ਵਿਖ ਦੁਸ਼ ਕਰਮ ਕੀਨ ਜਿਸ ਪਾਏ, ਜਿਸ ਨੇ ਇੰਨਾ ਭਾਰੀ ਕਰਮ ਕੀਤਾ ਹੈ। ਹੋਏ ਪ੍ਰਸੰਨ ਬਰ ਦਇਓ ਸੁਜਾਨਾ, ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਵਰ ਦਿੱਤੇ ਹਨ। ਸੰਤਤ ਤੇਰੀ ਬਦੈ ਮਹਾਨ, ਕਹਿਣ ਲੱਗੇ ਤੇਰੀ ਸੰਤਾਨ ਜਿਹੜੀ ਹੈ ਉਹ ਮਹਾਨ ਹੋਵੇਗੀ, ਬਹੁਤ ਵਧੇਗੀ। ਸਗਲ ਜਗਤ ਕੀ ਹੋਵੈ ਪੂਜ, ਤੂੰ ਸਾਰੇ ਜਗਤ ਲਈ ਪੂਜਨੀਕ ਹੋਵੇਂਗੀ। ਜੈਸੋ ਚੜ੍ਹੇ ਚੰਦਰਮਾ ਦੂਜ, ਜਿਵੇਂ ਚੰਦਰਮਾ ਦੇ ਦੂਜ ਦੇ ਚੰਦਰਮੇ ਦਾ ਵਧਾ ਹੁੰਦਾ ਹੈ। ਬੜ ਐਸ਼ਵਰਜ ਬਧੇ ਤਿਮ ਆਗੇ, ਜਿਵੇਂ ਜਿਵੇਂ ਤੇਰੀ ਅੱਗੇ ਅੰਸ ਵਧੇਗੀ ਤਾਂ ਗੁਰੂ ਘਰ ਦੀ ਰਹਿਮਤ ਬਹੁਤ ਵਧੇਗੀ। ਜੋ ਤਨ ਸੇਵ ਹੈ ਸੋ ਬੜ ਭਾਗੇ, ਜੋ ਵੀ ਸੇਵਾ ਕਰਨਗੇ ਤੇਰੀ ਵੰਸ ਦੀ ਉਹ ਵੱਡੇ ਭਾਗਾਂ ਵਾਲੇ ਹੋਵਣਗੇ। ਆਗੇ ਬੰਸ ਬਿਖੇ ਨਿਪ ਜਾਏ ਹੈ, ਜੋ ਤੇਰੀ ਵੰਸ ਵਿੱਚ ਅੱਗੇ ਮਨੁੱਖ ਪੈਦਾ ਹੋਣਗੇ ਮਹਾਬਲੀ ਸੇ ਜਗ ਮੈਂ ਹੋਏ ਹੈ। ਉਹ ਜਗਤ ਦੇ ਵਿੱਚ ਮਹਾਬਲੀ ਹੋਣਗੇ, ਭਾ ਮੀਰੀ ਤੇ ਪੀਰੀ ਧਾਰਨ ਕਰਨ ਵਾਲੇ ਹੋਵਣਗੇ। ਸ਼ਸਤਰ ਗਹੇ ਦੁਸ਼ਟਨ ਕੋ ਕਾਮ ਹੈ, ਸ਼ਸਤਰ ਲੈ ਕੇ ਦੁਸ਼ਟਾਂ ਦਾ ਹੱਥ ਵੱਧ ਕਰਨ ਵਾਲੇ ਹੋਵਣਗੇ। ਆਪਣੋ ਅਧਿਕ ਪ੍ਰਤਾਪ ਵਧਾਵੈ, ਉਹ ਆਪ ਤੇ ਗੁਰੂ ਘਰ ਦਾ ਪ੍ਰਤਾਪ ਜਿਹੜਾ ਹੈ ਬਹੁਤ ਵਧਾਉਣਗੇ। ਸੋ ਰਹੋ ਵਿਚਾਰ ਸਾਧ ਸੰਗਤ। ਇਸ ਪ੍ਰਕਾਰ ਬੀਬੀ ਭਾਨੀ ਤੇ ਬਖਸ਼ਿਸ਼ ਹੋਈ ਹੈ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਦਿਚੈ ਪੂਰਬ ਦੇਵਣਾ ਜਿਸ ਕੀ ਬਸ ਤਿਸੈ ਕਰ ਆਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਇਹ ਗੁਰਤਾ ਗੱਦੀ ਜਿਹੜੀ ਹੈ, ਜਾਣ ਨਾ ਦੇਸਾਂ ਸੋਢੀਆਂ ਹੋਰਸ ਅਜਰ ਨਾ ਜਰਿਆ ਜਾਵੇ। ਭਾਈ ਗੁਰਦਾਸ ਜੀ ਦੇ ਬਚਨ ਨੇ। ਇਹ ਬੀਬੀ ਭਾਨੀ ਦੀ ਸੇਵਾ ਤੇ ਭਾਵਨਾ ਕਰਕੇ ਇਹ ਜਿਹੜੀ ਗੁਰਤਾ ਗੱਦੀ ਹੈ ਦਸ਼ਮੇਸ਼ ਪਿਤਾ ਜੀ ਤੱਕ ਸੋਢ ਬੰਸ ਵਿੱਚ ਹੀ ਰਹੀ ਹੈ। ਇਹਦੇ ਪਿੱਛੇ ਬਹੁਤ ਵੱਡਾ ਇੱਕ ਇਤਿਹਾਸ ਹੈ, ਪਰ ਹੁਣ ਆਪਣੇ ਕੋਲ ਸਮਾਂ ਨਹੀਂ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਦੇ ਜੋੜੇ ਝਾੜਦਿਆਂ ਵਿਚਰਦਿਆਂ ਸੇਵਾ ਕਰਦਿਆਂ ਇੱਕ ਨਹੀਂ ਅਨੇਕਾਂ ਹੀ ਭੁੱਲਾਂ ਹੁੰਦੀਆਂ ਨੇ। ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਕੋਟਾਨ ਕੋਟ ਧੰਨਵਾਦ ਸਤਿਗੁਰਾਂ ਦਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਆਪ ਸਰਬੱਤ ਸੰਗਤਾਂ ਦਾ ਜਿਨ੍ਹਾਂ ਨੇ ਬੜਾ ਆਦਰ ਪਿਆਰ ਮਾਣ ਤੇ ਸਤਿਕਾਰ ਬਖਸ਼ਿਸ਼ ਕੀਤਾ ਹੈ। ਅਰਦਾਸ ਕਰਨੀ ਗੁਰੂ ਚਰਨਾਂ ਵਿੱਚ
ਸਤਿਗੁਰੂ ਜੀ ਕਹਿਣੀ ਤੇ ਕਰਨੀ ਦਾ ਸੁਮੇਲ ਬਖਸ਼ਿਸ਼ ਕਰਨ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।